दोस्तों, मेरा नाम राकेश रमन है और मैं ਇੱਕ ਜਰਨਲਿਸਟ ਹਾਂ ਔਰ ਇੱਕ NGO ਚਲਾਉਂਦਾ ਹਾਂ ਦਿੱਲੀ ਦੇ ਵਿੱਚ ਜਿਹਦਾ ਨਾਮ ਹੈ RMN ਫਾਊਂਡੇਸ਼ਨ। RMN ਮੈਂ ਜਿਹੜਾ ਆਪਣਾ ਜਰਨਲਿਜ਼ਮ ਦਾ ਕੰਮ ਕਰਦਾ ਹਾਂ ਉਹ ਰਮਨ ਮੀਡੀਆ ਨੈਟਵਰਕ ਦੇ ਨਾਮ ਦੇ ਅੰਡਰ ਕਰਦਾ। ਤਾਂ ਰਮਨ ਮੀਡੀਆ ਨੈਟਵਰਕ ਮੀਨਸ RMN। ਤਾਂ ਉਸੀ ਦੇ ਨਾਲ ਮੈਂ ਆਪਣਾ ਇਹ NGO ਚਲਾਉਂਦਾ ਜਿਹਦਾ ਨਾਮ ਹੈ ਰਮਨ ਮੀਡੀਆ ਨੈਟਵਰਕ। ਇਹਦੇ ਵਿੱਚ ਮੈਂ ਬੱਚਿਆਂ ਦੀ ਸਕੂਲ ਐਜੂਕੇਸ਼ਨ ਇੱਕ ਸਕੂਲ ਚਲਾਉਂਦਾ ਸੀ ਕਰੋਨਾ ਵਾਇਰਸ ਤੋਂ ਪਹਿਲਾਂ, ਔਰ ਪੋਲਿਊਸ਼ਨ ਨੂੰ ਰੋਕਣ ਵਾਸਤੇ ਬੜਾ ਕੰਮ ਕਰਦੇ ਹੈਗੇ ਹਾਂ ਅਸੀਂ। ਔਰ ਐਂਟੀ ਕਰਪਸ਼ਨ ਐਕਟੀਵਿਸਟ ਜਿਹੜੇ ਇੰਡੀਆ ਦੇ ਵਿੱਚ ਜਾਂ ਇੰਡੀਆ ਤੋਂ ਬਾਹਰ ਕਰਪਸ਼ਨ ਦੇ ਖਿਲਾਫ ਬਹੁਤ ਅਸੀਂ ਕੰਮ ਕਰਦੇ ਹਾਂ। ਜਦੋਂ ਮੈਂ ਕਹਿੰਦਾ ਅਸੀਂ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਨਾਲ ਕੋਈ ਬਹੁਤ ਜ਼ਿਆਦਾ ਬੰਦੇ ਜੁੜੇ ਹੋਏ ਆ। ਮੈਂ ਵੈਸੇ ਇਕੱਲਾ ਹੀ ਹਾਂ, ਪੂਰੀ ਦੀ ਪੂਰੀ ਆਪਣਾ ਜਰਨਲਿਜ਼ਮ ਦਾ ਕੰਮ ਵੀ ਇਕੱਲਾ ਹੀ ਕਰਦਾ ਹੈਗਾ ਵਾਂ, ਔਰ ਇਹ ਜਿਹੜਾ ਸੰਸਥਾ RMN ਫਾਊਂਡੇਸ਼ਨ ਦਾ ਕੰਮ ਵੀ ਇਕੱਲਾ ਹੀ ਕਰਦਾ ਹਾਂ। ਮੈਂ ਸਾਰਾ ਕੰਮ ਇਕੱਲਾ ਕਰਦਾ ਹੈਗਾ। ਔਰ ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹੈਗਾ। ਪੰਜਾਬ ਯੂਨੀਵਰਸਿਟੀ ਦੇ ਵਿੱਚ ਮੇਰੀ ਐਜੂਕੇਸ਼ਨ ਕੰਪਲੀਟ ਹੋਈ ਸੀ। ਉਸ ਤੋਂ ਬਾਅਦ ਮੈਂ ਐਜ਼ ਸੌਫਟਵੇਅਰ ਡਿਵੈਲਪਰ ਯਾਨੀ ਕਿ ਕੰਪਿਊਟਰ ਦਾ ਕੰਮ ਕਰੀਬ 6 ਜਾਂ 7 ਸਾਲ ਕੀਤਾ ਹੈਗਾ ਮੋਹਾਲੀ ਦੇ ਵਿੱਚ। ਮੋਹਾਲੀ ਦੇ ਵਿੱਚ ਇੱਕ ਦੋ ਗੌਰਮੈਂਟ ਦੀਆਂ ਕੰਪਨੀ ਸੀ, ਉਹਨਾਂ ਦੇ ਵਿੱਚ ਮੈਂ ਕਰੀਬ 6 ਜਾਂ 7 ਸਾਲ ਕੰਮ ਕੀਤਾ ਹੈਗਾ। ਉਸ ਤੋਂ ਬਾਅਦ ਮੈਨੂੰ ਜ਼ਿਆਦਾ ਚੰਗਾ ਨਹੀਂ ਲੱਗਾ ਕੰਪਿਊਟਰ ਦਾ ਕੰਮ। ਹਾਲਾਂਕਿ ਮੇਰੀ ਪੋਜੀਸ਼ਨ ਬਹੁਤ ਅੱਛੀ ਸੀ ਕੰਪਿਊਟਰ ਦੇ ਵਿੱਚ, ਉੱਥੇ ਮੈਨੂੰ ਉਹ ਕੰਮ ਚੰਗਾ ਨਹੀਂ ਲੱਗਿਆ। ਤਾਂ ਮੈਂ ਜਰਨਲਿਜ਼ਮ ਦੇ ਵਿੱਚ ਆਉਣਾ ਚਾਹੁੰਦਾ ਸੀ। ਤਾਂ ਮੈਂ ਥੋੜ੍ਹਾ ਲਿਖਣਾ ਸ਼ੁਰੂ ਕੀਤਾ ਔਰ ਬਹੁਤ ਜਲਦੀ ਮੈਨੂੰ ਐਕਸੈਪਟੈਂਸ ਮਿਲ ਗਈ ਜਰਨਲਿਜ਼ਮ ਦੇ ਫੀਲਡ ਦੇ ਵਿੱਚ, ਔਰ ਮੈਂ ਚੰਡੀਗੜ੍ਹ ਟ੍ਰਿਬਿਊਨ ਦੇ ਵਿੱਚ ਆਪਣਾ ਜਰਨਲਿਜ਼ਮ ਦਾ ਕੈਰੀਅਰ ਸ਼ੁਰੂ ਕੀਤਾ, ਚੰਡੀਗੜ੍ਹ ਇੰਗਲਿਸ਼ ਟ੍ਰਿਬਿਊਨ ਦੇ ਵਿੱਚ। ਉਸ ਤੋਂ ਬਾਅਦ ਮੈਂ ਇੱਥੇ ਦਿੱਲੀ ਆ ਗਿਆ ਇੰਡੀਆ ਟੂਡੇ ਗਰੁੱਪ ਦੇ ਵਿੱਚ, ਔਰ ਕਾਫੀ ਜਗ੍ਹਾ ਦੇ ਉੱਤੇ ਮੈਂ ਐਜ਼ ਸੀਨੀਅਰ ਲੈਵਲ ਜਰਨਲਿਸਟ ਕੰਮ ਕੀਤਾ ਹੈਗਾ। ਔਰ ਮੈਨੂੰ ਨੈਸ਼ਨਲ ਲੈਵਲ ਅਵਾਰਡ ਵੀ ਜਰਨਲਿਜ਼ਮ ਦੇ ਵਿੱਚ ਮਿਲਿਆ ਰਿਪਬਲਿਕ ਡੇ ਫੰਕਸ਼ਨ ਦੇ ਉੱਤੇ। ਉਸ ਤੋਂ ਇਲਾਵਾ ਇਹ ਵੇਲੇ ਕੰਪਿਊਟਰ ਦਾ ਕੰਮ, ਜਰਨਲਿਜ਼ਮ ਦਾ ਕੰਮ, ਇਸ ਤੋਂ ਇਲਾਵਾ ਮੈਂ ਯੂਨਾਈਟਿਡ ਨੇਸ਼ਨ ਜਿਹੜੀ ਕਰੀਬ 200 ਕੰਟਰੀਜ਼ ਦੀ ਇੱਕ ਆਰਗੇਨਾਈਜੇਸ਼ਨ ਹੈ, ਗਵਰਨਮੈਂਟ ਹੈਗੀ ਹੈ, ਉਹਦੇ ਅੰਡਰ ਇੱਕ ਇੰਡਸਟਰੀਅਲ ਡਿਵੈਲਪਮੈਂਟ ਵਿੰਗ ਆਉਂਦਾ ਹੈਗਾ। ਉਹਨੂੰ ਕਹਿੰਦੇ ਹੈਗੇ ਅਸੀਂ ਯੂਨਿਡੋ, ਯੂਨਾਈਟਿਡ ਨੇਸ਼ਨਸ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ। ਉਹਦੇ ਨਾਲ ਵੀ ਮੈਂ ਕੰਮ ਕੀਤਾ ਹੈਗਾ। ਉਹਦੇ ਵਿੱਚ ਮੇਰਾ ਕੰਮ ਹੁੰਦਾ ਸੀ ਕਿ ਜਿਹੜੀਆਂ ਸਮਾਲ ਐਂਡ ਮੀਡੀਅਮ ਸਾਈਜ਼ ਕੰਪਨੀਜ਼ ਹੈਗੀਆਂ, ਸਮਾਲ ਐਂਡ ਮੀਡੀਅਮ ਸਾਈਜ਼ ਦਾ ਮਤਲਬ ਹੈਗਾ ਕਿ ਜਿਹਦੇ ਕੋਲ ਕਰੀਬ 100 ਤੋਂ ਲੈ ਕੇ 700-800 ਤੱਕ ਇੰਪਲਾਈਜ਼ ਹੈਗੇ, ਔਰ ਉਹਦੀ ਸਾਲ ਦੀ ਜਿਹੜੀ ਟਰਨਓਵਰ ਹੈਗੀ ਆ ਉਹ ਕਰੀਬ ਰੁਪੀਜ਼ 600-700 ਕਰੋੜ ਤੱਕ ਦੀ ਟਰਨਓਵਰ ਉਹਦੀ ਹੁੰਦੀ ਹੈਗੀ ਹੈ, ਸਮਾਲ ਐਂਡ ਮੀਡੀਅਮ। ਤਾਂ ਮੈਂ ਪੂਰੇ ਇੰਡੀਆ ਦੇ ਵਿੱਚ ਐਜ਼ ਏ ਯੂਨਿਡੋ ਰਿਪਰੈਜ਼ੈਂਟੇਟਿਵ ਇਨ ਇੰਡੀਆ ਮੈਂ ਅਲੱਗ-ਅਲੱਗ ਕੰਪਨੀਜ਼ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਸੀ ਤਾਂ ਕਿ ਉਹ ਟੈਕਨੋਲੋਜੀ ਆਪਣੇ ਕੰਪਨੀਜ਼ ਦੇ ਵਿੱਚ ਡਿਪਲੋਏ ਕਰਕੇ ਆਪਣਾ ਕੰਮ ਅੱਗੇ ਆਪਣਾ ਬਿਜ਼ਨਸ ਹੋਰ ਵਧਾ ਸਕਣ, ਖਾਸ ਕਰਕੇ ਐਕਸਪੋਰਟ ਮਾਰਕੀਟਸ ਦੇ ਵਿੱਚ, ਬਾਹਰਲੇ ਦੇਸ਼ਾਂ ਦੇ ਵਿੱਚ। ਤਾਂ ਉਹ ਮੈਂ ਕਰੀਬ 300 ਕੰਪਨੀਜ਼ ਦੇ ਵਿੱਚ ਇਹੋ ਜਿਹੀ ਜਾ ਕੇ ਟ੍ਰੇਨਿੰਗ ਦਿੱਤੀ। ਤਾਂ ਇਹ ਮੇਰਾ ਥੋੜ੍ਹਾ ਜਿਹਾ ਬਰੀਫਲੀ ਕੈਰੀਅਰ ਹੈਗਾ, ਪਰ ਮੈਂ ਅੱਜ ਤੁਹਾਡੇ ਨਾਲ ਪੰਜਾਬ ਦੇ ਬਾਰੇ ਗੱਲ ਕਰਨਾ ਚਾਹੁੰਦਾ ਹੈਗਾ। ਹਾਲਾਂਕਿ ਮੇਰਾ ਕੈਰੀਅਰ ਜਿਹੜਾ ਹੈਗਾ ਇੰਟਰਨੈਸ਼ਨਲ ਰਿਹਾ ਹੈਗਾ, ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਲਿਖਦਾ ਔਰ ਕੰਮ ਕਰਦਾ ਹੈਗਾ, ਪਰ ਮੈਂ ਅੱਜ ਕਿਉਂਕਿ ਮੈਂ ਪੰਜਾਬ ਦੇ ਨਾਲ ਜੁੜਿਆ ਹੋਇਆ ਹੈਗਾ, ਤਾਂ ਮੈਂ ਅੱਜ ਪੰਜਾਬ ਦੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ। 2 ਜਾਂ 3 ਮਹੀਨੇ ਦੇ ਬਾਅਦ ਪੰਜਾਬ ਦੇ ਵਿੱਚ 2022 ਦੇ ਇਲੈਕਸ਼ਨ ਹੋਣ ਵਾਲੇ ਹੈਗੇ ਆ, ਪਰ ਮੈਂ ਤੁਹਾਡੇ ਨਾਲ ਪੋਲੀਟਿਕਸ ਦੀ ਗੱਲ ਨਹੀਂ ਕਰਨਾ ਚਾਹੁੰਦਾ ਹੈਗਾ, ਬਲਕਿ ਮੈਂ ਪੋਲੀਟਿਕਸ ਤੋਂ ਹਟ ਕੇ ਗੱਲ ਕਰਨਾ ਚਾਹੁੰਦਾ ਹੈਗਾ। ਦੋ ਦਿਸ ਵਿਲ ਬੀ ਕਨੈਕਟਡ ਵਿਦ ਪੋਲੀਟਿਕਸ, ਹਾਲਾਂਕਿ ਇਹ ਪੋਲੀਟਿਕਸ ਦੇ ਨਾਲ ਕਨੈਕਟਡ ਹੋਏਗੀ। ਉਹਦੇ ਵਿੱਚ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਯੂਨੀਕ, ਮੈਂ ਪੋਲੀਟੀਕਲ ਪਾਰਟੀ ਨਹੀਂ ਉਹਨੂੰ ਕਹਿ ਰਿਹਾ ਹੈਗਾ, ਇੱਕ ਯੂਨੀਕ ਗਰੁੱਪ ਦੀ ਜ਼ਰੂਰਤ ਹੈਗੀ ਹੈ, ਬਹੁਤ ਜਲਦੀ ਆਰਗੇਨਾਈਜ਼ਡ ਗਰੁੱਪ ਦੀ ਜ਼ਰੂਰਤ ਹੈਗੀ ਹੈ, ਜੋ ਇਸ ਵੇਲੇ ਕੋਈ ਵੀ ਪੰਜਾਬ ਦੇ ਵਿੱਚ ਨਹੀਂ ਹੈਗਾ ਐਕਸੈਪਟ ਦੋਜ਼ ਪੋਲੀਟੀਕਲ ਪਾਰਟੀਜ਼ ਜਾਂ ਕਿਸਾਨਾਂ ਦੇ ਕੁਝ ਆਰਗੇਨਾਈਜੇਸ਼ਨਸ ਹੈਗੀਆਂ।
ਮੈਂ ਉਹਦੇ ਬਾਰੇ ਨਹੀਂ ਗੱਲ ਕਰ ਰਿਹਾ ਹੈਗਾ। ਮੈਂ ਚਾਹੁੰਦਾ ਹੈਗਾ ਵਾਂ ਕਿ ਇੱਕ ਟੋਟਲ ਉੱਥੇ ਰਿਨਾਇਸੈਂਸ ਦਾ, ਟੋਟਲ ਰਿਫਾਰਮੇਸ਼ਨ ਦਾ ਇੱਕ ਫੇਜ਼ ਲਿਆਉਣਾ ਚਾਹੁੰਦਾ ਹੈਗਾ ਵਾਂ ਮੈਂ ਪੰਜਾਬ ਦੇ ਵਿੱਚ। ਟੋਟਲ ਸੁਧਾਰ, ਯਾਨੀ ਕਿ ਪੂਰੀ ਤਰ੍ਹਾਂ ਦੇ ਨਾਲ ਹਰ ਲੈਵਲ ਦੇ ਉੱਤੇ ਸੋਸ਼ੀਓ ਇਕਨੋਮਿਕ ਪੋਲੀਟੀਕਲ ਹਰ ਤਰ੍ਹਾਂ ਦੇ ਨਾਲ ਇੱਕ ਸੁਧਾਰ ਆਉਣਾ ਚਾਹੀਦਾ ਹੈਗਾ ਪੰਜਾਬ ਦੇ ਵਿੱਚ। ਉਹਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਹਾਲਾਂਕਿ ਅੱਗੇ ਡਿਸਕਸ਼ਨ ਦੇ ਵਿੱਚ ਤੁਹਾਨੂੰ ਲੱਗੇਗਾ ਕਿ ਇਹ ਪੋਲਿਟਿਕਸ ਦੇ ਨਾਲ ਵੀ ਜੁੜੇਗਾ ਜਾ ਕੇ ਗਰੁੱਪ। ਤਾਂ ਇਸ ਵੇਲੇ ਮੈਂ ਕੀ ਕਹਿਣਾ ਚਾਹੁੰਦਾ ਹੈਗਾ ਵਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਮੈਂ ਦੇਖਦਾ ਹੈਗਾ ਵਾਂ ਕਿ ਇੱਕ ਦੋ ਇੰਡੀਪੈਂਡੈਂਟ ਇਸ ਤਰ੍ਹਾਂ ਗਰੁੱਪਸ ਨੇ, ਉਹਨੂੰ ਕਹਾਂਗੇ ਅਸੀਂ ਇਸ ਤਰ੍ਹਾਂ ਇੱਕ ਕਰਾਊਡ ਹੈ, ਇੱਕ ਕਰਾਊਡ ਭੀੜ ਹੈ ਇੱਕ ਤਰ੍ਹਾਂ ਦੀ, ਇੱਕ ਜਿਹੜੀ ਬਹੁਤ ਅੱਛਾ ਕੰਮ ਪੰਜਾਬ ਦੇ ਵਾਸਤੇ ਕਰਨਾ ਚਾਹੁੰਦੀ ਹੈਗੀ। ਉਹਦੇ ਵਿੱਚ ਜ਼ਿਆਦਾਤਰ ਯੂਥ ਹੈਗੇ ਆ, ਪਰ ਉਹਨਾਂ ਦੇ ਨਾਲ ਹੋਰ ਵੀ ਲੋਕੀ ਜੁੜੇ ਹੋਏ ਆ। ਤਾਂ ਉਹ ਗਰੁੱਪ ਨੂੰ ਅੱਗੇ ਆ ਕੇ ਕੁਝ ਕਰਨਾ ਪਏਗਾ। ਉਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਕੀ ਕਹਿਣਾ ਚਾਹੁੰਦਾ ਹੈਗਾ ਕਿ ਉਹਨੂੰ ਗਰੁੱਪ ਨੂੰ ਆਰਗੇਨਾਈਜ਼ ਕਰਨਾ ਪਏਗਾ। ਇੱਕ ਅੰਬ੍ਰੇਲਾ ਦੇ ਅੰਡਰ, ਇੱਕ ਬੈਨਰ ਦੇ ਅੰਡਰ ਉਹਨੂੰ ਲੈ ਕੇ ਆਉਣਾ ਪਏਗਾ ਗਰੁੱਪ ਨੂੰ। ਉਹਨੂੰ ਕੋਈ, ਇਸ ਵੇਲੇ ਉਹ ਬਿਖਰੇ ਹੋਏ ਹੈਗੇ, ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਹ ਜਾਂਦੇ ਹੈਗੇ ਆ ਅਵੇਅਰਨੈਸ ਕੈਂਪੇਨਸ ਕਰਨ ਵਾਸਤੇ, ਪਰ ਉਹ ਬਿਖਰੇ ਹੋਏ ਆ। ਇੱਕ ਗਰੁੱਪ ਦੇ ਅੰਡਰ ਉਹਨੂੰ ਲੈ ਕੇ ਆਉਣਾ ਪਏਗਾ। ਉਹ ਗਰੁੱਪ ਕਿਸ ਤਰ੍ਹਾਂ ਹੋਏਗਾ? ਉਹਨਾਂ ਦੇ ਨਾਲ ਜਿਹੜੇ ਬੰਦੇ ਜੁੜੇ ਹੋਏ ਹੈਗੇ ਆ, ਜਿਹੜੇ ਉਹਨਾਂ ਦੀ ਭੀੜ ਦੇ ਵਿੱਚ ਆਉਂਦੇ ਆ, ਜਿਸ ਵੇਲੇ ਉਹ ਕੋਈ ਇਸ ਤਰ੍ਹਾਂ ਇਵੈਂਟ ਕਰਦੇ ਆ ਬਾਹਰ ਜਾ ਕੇ, ਅਲੱਗ-ਅਲੱਗ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਜਾ ਕੇ, ਜਾਂ ਦਿੱਲੀ ਵੀ ਕਈ ਵਾਰੀ ਆਉਂਦੇ ਜਿੱਥੇ ਕਿਸਾਨਾਂ ਦਾ ਉਹ ਦਿੱਲੀ ਦੀ ਆਊਟਸਕਰਟਸ ਦੇ ਉੱਤੇ, ਬਾਉਂਡਰੀ ਦੇ ਉੱਤੇ ਜਿਹੜੇ ਕਿਸਾਨਾਂ ਨੇ ਆਪਣਾ ਅੰਦੋਲਨ ਲਗਾਇਆ ਹੋਇਆ, ਉਹਦੇ ਵਿੱਚ ਵੀ ਆਉਂਦੇ ਆ। ਤਾਂ ਉਹਨਾਂ ਨੂੰ ਕੀ ਕਰਨਾ ਪਏਗਾ? ਉਹਨੂੰ ਆਰਗੇਨਾਈਜ਼ ਕਰਨਾ ਪਏਗਾ। ਇੱਕ ਆਰਗੇਨਾਈਜ਼ ਦਾ ਮਤਲਬ ਹੈਗਾ ਕਿ ਇੱਕ ਉਹਦੇ ਵਿੱਚ ਇੱਕ ਕੰਟਰੋਲਿੰਗ ਬਾਡੀ ਉਹਨਾਂ ਨੂੰ ਬਣਾਉਣੀ ਪਏਗੀ ਕਿ ਇਹ 5 7 10 15 ਬੰਦੇ ਜਿਹੜੇ ਹੈਗੇ ਆ ਉਹਨੂੰ ਕੰਟਰੋਲ ਕਰਨਗੇ। ਯਾਨੀ ਕਿ ਇੱਕ ਜਿਸ ਤਰ੍ਹਾਂ ਆਰਗੇਨਾਈਜੇਸ਼ਨ ਚੱਲਦੀ ਹੈਗੀ ਉਸ ਤਰ੍ਹਾਂ ਇੱਕ ਦੋ ਬੰਦੇ ਨਹੀਂ ਹੋਣਗੇ, ਉਹ 10 15 ਬੰਦੇ ਹੋਣਗੇ। ਦਿਸ ਵਿਲ ਬੀ ਅ ਕਾਈਂਡ ਆਫ ਕੰਸਲਟਿੰਗ ਗਰੁੱਪ। ਔਰ ਗਰੁੱਪ ਬਣਾ ਕੇ ਉਹਨਾਂ ਨੂੰ ਆਪਣੇ ਨਾਲ ਲੋਕਾਂ ਨੂੰ ਫਾਰਮਲੀ ਜੋੜਨਾ ਪਏਗਾ। ਉਹਦੇ ਵਾਸਤੇ ਕੀ ਹੈਗਾ ਕਿ ਮੈਂਬਰਸ਼ਿਪ ਫਾਰਮਸ ਬਣਾ ਕੇ ਜਿੱਥੇ ਵੀ ਉਹ ਜਾ ਕੇ ਆਪਣਾ ਕੈਂਪੇਨ ਕਰਦੇ ਹੈਗੇ, ਰੈਲੀ ਕਰਦੇ ਹੈਗੇ ਜਾਂ ਕੋਈ ਹੋਰ ਇਵੈਂਟ ਕਰਦੇ ਹੈਗੇ ਆ, ਉੱਥੇ ਉਹਨਾਂ ਨੂੰ ਇੱਕ ਛੋਟਾ ਜਿਹਾ, ਯਾਨੀ ਕਿ ਇੱਕ ਪੇਜ ਦਾ ਇੱਕ ਫਾਰਮ ਬਣਾ ਕੇ, ਮੈਂਬਰਸ਼ਿਪ ਫਾਰਮ, ਉਹਦੇ ਵਿੱਚ ਉਹਨਾਂ ਨੂੰ ਆਪਣੇ ਮੈਂਬਰਸ ਐਨਰੋਲ ਕਰਨੇ ਪੈਣਗੇ। ਉਹ ਪੰਜਾਬੀ, ਹਿੰਦੀ, ਇੰਗਲਿਸ਼ ਤਿੰਨਾਂ ਲੈਂਗੁਏਜਸ ਦੇ ਵਿੱਚ ਫਾਰਮ ਬਣਾ ਕੇ ਉਹਨਾਂ ਨੂੰ ਜਿਹੜੀ ਵੀ ਲੈਂਗੁਏਜ ਕਿਸੇ ਨੂੰ ਆਉਂਦੀ ਹੈਗੀ ਉੱਥੇ ਵੰਡ ਕੇ, ਉੱਥੇ ਹੀ ਕਲੈਕਟ ਕਰਕੇ ਉਹ ਫਾਰਮ, ਉਹ ਮੈਂਬਰਸ ਉਸ ਆਰਗੇਨਾਈਜੇਸ਼ਨ, ਉਹਦੇ ਉੱਤੇ ਥੋੜਾ ਜਿਹਾ ਉਹਦਾ ਆਬਜੈਕਟਿਵ ਲਿਖਿਆ ਹੋਏਗਾ ਫਾਰਮ ਦੇ ਉੱਤੇ, ਉਸ ਗਰੁੱਪ ਦਾ ਨਾਮ ਔਰ ਉਸ ਦਾ ਆਬਜੈਕਟਿਵ, ਯਾਨੀ ਕਿ ਉਹ ਕੀ ਕਰਨਾ ਚਾਹੁੰਦਾ ਹੈਗਾ ਪੰਜਾਬ ਦੇ ਵਾਸਤੇ, ਉਹ ਥੋੜਾ ਜਿਹਾ ਲਿਖਿਆ ਹੋਏਗਾ 2-3 ਸੈਂਟੈਂਸਿਸ ਦੇ ਵਿੱਚ। ਨੀਚੇ ਉਹਨਾਂ ਦੇ ਨਾਮ, ਫੋਨ ਨੰਬਰ, ਇਸ ਤਰ੍ਹਾਂ ਈਮੇਲ ਐਡਰੈਸ ਜਾਂ ਵਟਸਐਪ ਆਈਡੀ, ਇਸ ਤਰ੍ਹਾਂ ਕਰਕੇ ਉਹਦੇ ਵਿੱਚ ਫਾਰਮ ਦੇ ਵਿੱਚ ਹੋਏਗਾ। ਔਰ ਉਹ ਫਾਰਮ ਭਰਵਾ ਕੇ ਉਹ ਲੋਕਾਂ ਨੂੰ ਮੈਂਬਰਸ ਬਣਾਉਣਾ ਹੈਗਾ। ਜੇਕਰ ਤੁਸੀਂ ਉਹਦੇ ਵਿੱਚ ਉਹਨਾਂ ਕੋਲੋਂ, ਮੈਂਬਰਸ ਦੇ ਕੋਲੋਂ ਵੈਸੇ ਤਾਂ ਪੈਸੇ ਲੈਂਦੇ ਆ, ਬੁਰਾ ਲੱਗਦਾ ਹੈਗਾ, ਪਰ ਜੇ 10-15 ਰੁਪਏ ਉਹਨਾਂ ਕੋਲੋਂ ਲੈ ਸਕਦੇ ਹੈਗੇ ਹੋ ਐਜ਼ ਮੈਂਬਰ ਬਣਨ ਦੇ, ਤਾਂ ਉਹ ਵੀ ਲੈਣ ਦੀ ਕੋਸ਼ਿਸ਼ ਕਰੋ। ਉਹਦੇ ਨਾਲ ਕੀ ਹੁੰਦਾ, 10-15 ਰੁਪਏ ਮੇਰੇ ਖਿਆਲ ਹਰ ਕੋਈ ਦੇ ਸਕਦਾ ਹੈਗਾ। ਅਗਰ ਉਹ ਨਹੀਂ ਵੀ ਦੇ ਸਕਦੇ, ਤੁਸੀਂ ਆਪਣੇ ਵੱਲੋਂ ਦੇ ਦਿਓ 10-15 ਰੁਪਏ। ਉਹ ਇੱਕ ਕਮਿਟਮੈਂਟ ਬਣਦੀ ਹੈਗੀ ਕਿ ਅਸੀਂ ਇੱਕ ਫਾਰਮਲ ਮੈਂਬਰ ਇਸ ਆਰਗੇਨਾਈਜੇਸ਼ਨ ਦੇ ਬਣ ਗਏ ਹੈਗੇ। ਤਾਂ ਇਸ ਤਰ੍ਹਾਂ ਇਹ ਫਾਰਮ ਬਣਾਉਣਾ ਪਏਗਾ। ਉਸੇ ਤਰ੍ਹਾਂ ਦੇ ਨਾਲ ਇਹਨੂੰ ਆਨਲਾਈਨ ਫਾਰਮ ਬਣਾਉਣਾ ਪਏਗਾ। ਆਨਲਾਈਨ ਵੀ ਜਿਸ ਤਰ੍ਹਾਂ ਗੂਗਲ ਫਾਰਮ ਹੁੰਦਾ, ਉਹਦੇ ਵਿੱਚ ਇਹ ਉਹੀ ਸੇਮ ਡਿਟੇਲਸ ਹੋਣਗੀਆਂ ਉਹਦੀਆਂ, ਨਾਮ, ਪਤਾ, ਈਮੇਲ ਆਈਡੀ, ਘਰ ਦਾ ਐਡਰੈਸ, ਪਿਤਾ ਜੀ ਦਾ ਨਾਮ, ਹਸਬੈਂਡ ਦਾ ਨਾਮ, ਇਸ ਤਰ੍ਹਾਂ ਸਾਰੇ ਉਹ ਲਿਖ ਕੇ, ਔਰ ਉਹ ਆਨਲਾਈਨ ਵੀ ਹੋਏਗਾ। ਕਿਉਂਕਿ ਜਿਹਦੇ ਕੋਲ ਤੁਸੀਂ ਫਿਜ਼ੀਕਲੀ ਆਪਣੇ ਫਾਰਮ ਅੰਡਰ ਨਹੀਂ ਜਾ ਸਕਦੇ ਹੈਗੇ, ਉਹ ਆਪਣਾ ਆਨਲਾਈਨ ਫਾਰਮ ਭਰ ਸਕਦੇ ਹੈ। ਤਾਂ ਉਹ ਆਨਲਾਈਨ ਫਾਰਮ ਕਰਕੇ ਇਸ ਤਰ੍ਹਾਂ ਇੱਕ ਟਾਰਗੇਟ ਰੱਖ ਕੇ ਕਿ ਪਹਿਲੇ 1 ਮਹੀਨੇ ਦੇ ਵਿੱਚ ਕਰੀਬ 10,000 ਮੈਂਬਰਸ ਦਾ ਟਾਰਗੇਟ, 10,000 ਕੋਈ ਜ਼ਿਆਦਾ ਨਹੀਂ ਹੈ, 10,000 ਮੈਂਬਰ ਦਾ ਟਾਰਗੇਟ ਰੱਖੋ। 10,000 ਮੈਂਬਰ ਦਾ ਟਾਰਗੇਟ ਰੱਖ ਕੇ ਇਹਨਾਂ ਬੰਦਿਆਂ ਨੂੰ ਹੀ ਅਲੱਗ-ਅਲੱਗ ਜਗ੍ਹਾ ਦੇ ਵਿੱਚ, ਜਿੰਨੇ ਮੰਨ ਲਓ ਡਿਸਟ੍ਰਿਕਟ ਵਾਈਜ਼ ਤੁਸੀਂ ਇਹਨੂੰ ਕਰ ਲਓ, ਜਿੰਨੇ ਵੀ ਡਿਸਟ੍ਰਿਕਟ ਹੈਗੇ, ਮੇਰੇ ਖਿਆਲ 22 ਕਿੰਨੇ ਡਿਸਟ੍ਰਿਕਟਸ ਹੈਗੇ ਆ ਪੰਜਾਬ ਦੇ ਵਿੱਚ, ਉਹ ਡਿਸਟ੍ਰਿਕਟਸ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਲੋਕਲ ਬਾਡੀ ਇਸੀ ਵੱਡੇ ਗਰੁੱਪ ਦੀ
ਲੋਕਲ ਬਾਡੀ ਬਣਾ ਕੇ ਆਰਗੇਨਾਈਜੇਸ਼ਨ ਮੈਂ ਦੱਸ ਰਿਹਾ ਹੈਗਾ ਕਿ ਕਿਸ ਤਰ੍ਹਾਂ ਇਸ ਨੂੰ ਕੰਮ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕਰਨਾ ਹੈਗਾ, ਉਹ ਆਰਗੇਨਾਈਜੇਸ਼ਨ ਡਿਸਟ੍ਰਿਕਟ ਲੈਵਲ ਦੇ ਉੱਤੇ ਇਸ ਤਰ੍ਹਾਂ ਬਣਾ ਲਓ ਤੁਸੀਂ। ਤਾਂ ਸਭ ਤੋਂ ਪਹਿਲਾਂ ਉਹ ਮੈਂਬਰਸ ਬਣ ਗਏ, ਉਹਨਾਂ ਮੈਂਬਰਸ ਦੀ ਸਾਰੀ ਲਿਸਟ ਤੁਹਾਡੇ ਕੋਲ ਆਨਲਾਈਨ ਯਾਨੀ ਕਿ ਕੰਪਿਊਟਰ ਦੇ ਉੱਤੇ ਹੋਣੀ ਚਾਹੀਦੀ ਹੈ। ਐਕਸਲ ਸ਼ੀਟ ਹੁੰਦੀ ਹੈ, ਉਹਦੇ ਵਿੱਚ ਜਿਹੜੇ ਤੁਹਾਡੇ ਕੋਲ ਕਾਗਜ਼ ਦੇ ਉੱਤੇ ਫਾਰਮ ਆਏ ਹੈਗੇ ਉਹਨੂੰ ਵੀ ਆਨਲਾਈਨ ਉਹਦੇ ਵਿੱਚ ਪਾ ਦਿਓ। ਜਿਹੜੇ ਗੂਗਲ ਤੇ ਆਣਗੇ ਉਹ ਆਪਣੇ ਆਪ ਆਟੋਮੈਟਿਕਲੀ ਪੈ ਜਾਂਦੇ ਹੈਗੇ, ਜਿਹੜੇ ਕਾਗਜ਼ ਤੇ ਆਣਗੇ ਉਹ ਕਿਸੇ ਨੂੰ ਬੰਦੇ ਨੂੰ ਬਹਿ ਕੇ ਟਾਈਪਿੰਗ ਕਰਨੇ ਪੈਣਗੇ। ਉਹ ਕਰਕੇ ਉਹ ਆਰਗੇਨਾਈਜੇਸ਼ਨ ਇਹਨੂੰ ਪੂਰੀ ਬਣਾ ਲਓ। ਇੱਕ 10,000 ਇੱਕ ਮਹੀਨੇ ਦਾ ਟਾਰਗੇਟ ਰੱਖੋ, ਯਾਨੀ ਕਿ ਦਸੰਬਰ ਐਂਡ ਤੱਕ ਘੱਟੋ ਘੱਟ 10,000, ਜਿੰਨੇ ਜ਼ਿਆਦਾ ਹੋ ਜਾਣ ਉਨੇ ਚੰਗੇ ਹੈਗੇ ਆ। 10,000 ਘੱਟੋ ਘੱਟ ਮੈਂਬਰਸ ਇਸ ਆਰਗੇਨਾਈਜੇਸ਼ਨ, ਉਹਦਾ ਨਾਮ ਕੁਝ ਰੱਖਣਾ ਪਏਗਾ, ਉਹ ਮੈਂ ਤੁਹਾਨੂੰ ਨਾਮ ਸੁਜੈਸਟ ਕਰ ਸਕਦਾ ਹੈਗਾ, ਫਿਰ ਤੁਸੀਂ ਆਪਣੇ ਆਪ ਉਹਨੂੰ ਦੇਖ ਸਕਦੇ ਹੈਗੇ। ਇਸ ਵੇਲੇ ਵਰਲਡ ਓਵਰ ਇੱਕ ਰੈਵੋਲੂਸ਼ਨ ਆ ਰਹੀ ਹੈਗੀ ਹੈ ਕਿ ਜਿਹੜੇ ਇਹ ਟ੍ਰੈਡੀਸ਼ਨਲ ਕਰਪਟ ਜਿੰਨੇ ਪੋਲੀਟੀਸ਼ੀਅਨਸ ਹੈਗੇ ਆ, ਇਹਨਾਂ ਨੂੰ ਹਟਾਉਣ ਦੇ ਵਾਸਤੇ ਇੱਕ ਗ੍ਰੀਨ ਪਾਰਟੀ ਬਣਦੀ ਹੈਗੀ ਹੈ। ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਿੰਨੇ ਐਡਵਾਂਸ ਯੂਰੋਪੀਅਨ ਕੰਟਰੀਜ਼ ਹੈਗੇ ਆ, ਯਾਨੀ ਕਿ ਪੜ੍ਹੇ ਲਿਖੇ ਯੂਰੋਪੀਅਨ ਕੰਟਰੀਜ਼ ਹੈਗੇ ਆ, ਉੱਥੇ ਗ੍ਰੀਨ ਪਾਰਟੀ ਦੇ ਨਾਮ ਤੇ ਦੇ ਨਾਲ ਰਿਲੇਟਿਡ ਇੱਕ ਪਾਰਟੀ ਬਣਦੀ ਹੈਗੀ ਹੈ, ਜਿਹੜੀ ਰਿਫਾਰਮਸ ਕਰਦੀ ਹੈਗੀ, ਸੁਧਾਰ ਕਰਦੀ ਹੈਗੀ ਹੈ ਆਪਣੇ ਆਪਣੇ ਕੰਟਰੀਜ਼ ਦੇ ਵਿੱਚ ਜਾਂ ਆਪਣੀ ਆਪਣੀ ਲੋਕੈਲਿਟੀਜ਼ ਦੇ ਵਿੱਚ। ਯਾਨੀ ਕਿ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਅਸੀਂ ਪੰਜਾਬ ਦੇ ਵਾਸਤੇ ਕਰਾਂਗੇ ਤਾਂ ਗ੍ਰੀਨ ਪਾਰਟੀ ਦੇ ਨਾਲ, ਗ੍ਰੀਨ ਐਗਜ਼ਾਮਪਲ ਗ੍ਰੀਨ ਪਾਰਟੀ ਆਫ ਪੰਜਾਬ ਜਾਂ ਇਸ ਤਰ੍ਹਾਂ ਕੁਝ ਕਰਕੇ, ਹਾਲੇ ਫਾਈਨਲ ਨਹੀਂ ਮੈਂ ਕੁਝ ਕਰ ਰਿਹਾ ਪਰ ਇੱਕ ਆਈਡੀਆ ਦੇ ਰਿਹਾ ਤੁਹਾਨੂੰ, ਤੁਸੀਂ ਇਹ ਡਿਸਕਸ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਇੱਕ ਉਹ ਵੱਡੀ ਪਾਰਟੀ ਬਣ ਜਾਏਗੀ। ਇਸ ਤਰ੍ਹਾਂ ਹੀ ਡਿਸਟ੍ਰਿਕਟ ਲੈਵਲ ਦੇ ਉੱਤੇ ਉਹ ਪਾਰਟੀਆਂ ਬਣ ਜਾਣਗੀਆਂ। ਪਾਰਟੀਆਂ ਨਹੀਂ ਬਣਨਗੀਆਂ, ਉਹ ਲੋਕਲ ਯਾਨੀ ਕਿ ਉਹਨਾਂ ਦੇ ਯੂਨਿਟਸ ਬਣ ਜਾਣਗੇ। ਉਸ ਵੱਡੇ ਗ੍ਰੀਨ ਪਾਰਟੀ ਜੋ ਵੀ ਹੋਏਗੀ ਉਹਦਾ ਨਾਮ, ਉਹਦੇ ਲੋਕਲ ਯੂਨਿਟਸ ਉਹ ਬਣ ਜਾਣਗੇ। ਉਹਨਾਂ ਨੂੰ ਕੰਮ ਦਿੱਤਾ ਜਾਏਗਾ ਕਿ ਕੀ ਤੁਸੀਂ, ਸਭ ਤੋਂ ਪਹਿਲਾ ਕੰਮ ਤਾਂ ਮੈਂਬਰਸ਼ਿਪ ਦੀ ਹੈਗੀ ਕਿ ਮੈਂਬਰਸ਼ਿਪ ਆਪਣੀ ਵਧਾਉਣੀ ਹੈਗੀ, ਮੈਕਸਿਮਮ ਮੈਂਬਰਸ਼ਿਪ ਕਰਨੀ ਹੈ। ਉਹ ਮੈਂਬਰਸ਼ਿਪ ਮੈਂ ਇਸ ਲਈ ਤੁਹਾਨੂੰ ਵਧਾਉਣ ਵਾਸਤੇ ਕਹਿ ਰਿਹਾ ਹੈਗਾ ਵਾਂ, ਉਹ ਇੱਕ ਯਾਨੀ ਕਿ ਆਰਗੇਨਾਈਜੇਸ਼ਨ, ਫਿਰ ਉਹਦੇ ਅੰਡਰ ਮੈਂਬਰਸ਼ਿਪ। ਉਹ ਇਸ ਲਈ ਕਹਿ ਰਿਹਾ ਹੈਗਾ ਵਾਂ ਕਿ ਇਸ ਵੇਲੇ ਤੁਸੀਂ ਆਪਣੇ ਹਰ ਵੇਲੇ ਮੈਂ ਦੇਖਦਾ ਹੈਗਾ ਵਾਂ ਇੱਥੇ, ਮੈਂ YouTube ਦੇ ਉੱਤੇ ਦੇਖਦਾ ਰਹਿਣਾ ਵੀਡੀਓ, ਕਿ ਤੁਸੀਂ ਕਦੀ ਚੀਫ ਮਿਨਿਸਟਰ ਨੂੰ ਮਿਲਣ ਜਾਂਦੇ ਹੋ, ਕਦੀ ਕਿਸੇ ਹੋਰ ਪਾਰਟੀ ਵਾਲੇ ਨੂੰ ਮਿਲਣ ਜਾਂਦੇ ਹੋ, ਕਦੀ ਕਿਸੇ ਹੋਰ ਨੇਤਾ ਨੂੰ ਮਿਲਣ ਜਾਂਦੇ ਹੋ ਕਿ ਸਾਡਾ ਇਹ ਕੰਮ ਕਰਦੇ ਹੋ ਜੀ, ਸਾਡਾ ਇਹ ਕੰਮ ਕਰਦੇ ਹੋ ਜੀ, ਸਾਡਾ ਉਹ ਹਾਈਲੀ ਕਰਪਟ, ਹਰੇਕ ਪਾਰਟੀ ਦੇ ਵਿੱਚ ਕਰਪਟ ਬੰਦੇ ਭਰੇ ਹੋਏ ਆ। ਮੈਂ ਲਿਖਦਾ ਹਾਂ, ਤੁਸੀਂ ਇਹ ਦੇਖੋ, ਮੈਂ ਇੱਕ ਹੁਣੇ ਪਟੀਸ਼ਨ ਵੀ ਚੀਫ ਜਸਟਿਸ ਨੂੰ ਲਿਖੀ ਹੈਗੀ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਕ੍ਰਿਮੀਨੈਲਿਟੀ ਕਿਸ ਤਰ੍ਹਾਂ ਖਤਮ ਕਰਨੀ ਹੈਗੀ ਹੈ। ਉਹ ਮੇਰੀ ਸਾਈਟ ਦੇ ਉੱਤੇ ਪਈ ਹੈ, ramanmedianetwork.com, ਮੈਂ ਸਾਈਟ ਚਲਾਉਣਾ 10 ਸਾਲ ਤੋਂ ਉੱਪਰ ਹੋ ਗਿਆ, ਪੂਰਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਸਾਈਟ ਚੱਲਦੀ ਹੈ। ਉੱਤੇ ਦੇਖੋ ਮੈਂ ਚੀਫ ਜਸਟਿਸ ਨੂੰ ਔਰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਹੈਗਾ ਕਿ ਕਿਸ ਤਰ੍ਹਾਂ ਕ੍ਰਿਮੀਨੈਲਿਟੀ ਇੱਥੋਂ ਇੰਡੀਆ ਦੇ ਵਿੱਚੋਂ ਕਿਸ ਤਰ੍ਹਾਂ ਖਤਮ ਕਰਨੀ ਹੈ। ਉਹਦੇ ਵਿੱਚ ਮੈਨੂੰ ਕਈ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਆ ਉਹਨਾਂ ਦੇ ਰਿਸਪਾਂਸ ਵੀ ਆਏ ਹੈਗੇ ਕਿ ਬਹੁਤ ਚੰਗਾ ਤੁਹਾਡਾ ਆਈਡੀਆ, ਪਰ ਖੁੱਲ ਕੇ ਕੋਈ ਨਹੀਂ ਬੋਲਣਾ ਚਾਹੁੰਦਾ ਹੈਗਾ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਕ੍ਰਿਮੀਨਲ ਭਰੇ ਹੋਏ ਹੈਗੇ। ਤਾਂ ਉਹ ਹਾਂ, ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਕਿ ਇਹ ਜਿਸ ਵੇਲੇ ਤੁਹਾਡੀ ਮੈਂਬਰਸ਼ਿਪ ਬਣੇਗੀ ਔਰ ਤੁਹਾਡਾ ਆਬਜੈਕਟਿਵ ਬਿਲਕੁਲ ਕਲੀਅਰ ਹੋਏਗਾ, ਉਸ ਆਬਜੈਕਟਿਵ ਦੇ ਉੱਤੇ ਤੁਹਾਨੂੰ ਕੰਮ ਕਰਨਾ ਪਏਗਾ। ਇਹ ਸਾਰੇ ਦੇ ਸਾਰੇ ਜਿਨ੍ਹਾਂ ਦੇ ਕੋਲ ਤੁਸੀਂ ਜਾਂਦੇ ਹੈਗੇ ਉਹ ਤੁਹਾਡੇ ਕੋਲ ਆਉਣਾ ਸ਼ੁਰੂ ਕਰ ਦੇਣਗੇ। ਇਹ ਮੇਰੇ ਕੋਲ ਤੁਸੀਂ ਲਿਖ ਕੇ ਲੈ ਲਓ, ਉਹਦੇ ਵਿੱਚ ਟਾਈਮ ਲੱਗ ਸਕਦਾ ਹੈ ਆਰਗੇਨਾਈਜੇਸ਼ਨ ਨੂੰ ਬਣਾਉਣ ਦੇ ਵਿੱਚ ਔਰ ਕੰਮ ਨੂੰ ਐਸਟੈਬਲਿਸ਼ ਕਰਨ ਦੇ ਵਿੱਚ। ਉਹ ਮੈਂ ਤੁਹਾਨੂੰ ਦੱਸ ਰਿਹਾ, ਥੋੜਾ ਥੋੜਾ ਦੱਸ ਰਿਹਾ ਹੈਗਾ ਐਸੀ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਉਹਨੂੰ ਕਰਨਾ ਹੈਗਾ। ਤਾਂ ਉਹ ਤੁਹਾਡੇ ਕੋਲ ਆਉਣਗੇ ਕਿ ਤੁਹਾਡੀਆਂ ਕੀ ਡਿਮਾਂਡਸ ਹੈਗੀਆਂ, ਅਸੀਂ ਕਿਸ ਤਰ੍ਹਾਂ ਸੁਧਾਰ ਕਰ ਸਕਦੇ ਹੈਗੇ ਆ ਪੰਜਾਬ ਦੇ ਵਿੱਚ, ਉਹ ਲਿਖ ਕੇ ਲੈ ਲਓ, ਤੁਹਾਡੇ ਕੋਲ ਆਉਣਗੇ। ਤਾਂ ਇਹਦੇ ਵਿੱਚ ਇਹ ਆਰਗੇਨਾਈਜੇਸ਼ਨ ਨੂੰ ਬਣਾਉਣ ਦੇ ਵਿੱਚ ਤੁਸੀਂ ਸਭ ਤੋਂ ਪਹਿਲੀ ਚੀਜ਼ ਹੈ ਉਹਦਾ ਇੱਕ ਫਾਰਮਲ ਉਹਨੂੰ ਸਟਰਕਚਰ ਦੇਣਾ ਹੈਗਾ ਔਰ ਫਿਰ ਉਹਦੇ ਵਿੱਚ ਮੈਂਬਰਸ਼ਿਪ ਵਧਾਉਣੀ ਹੈ। ਮੈਂਬਰਸ ਉਹੀ ਥੋੜਾ ਜਿਹਾ ਸਕਰੀਨਿੰਗ ਉਹਨਾਂ ਦੀ ਕਰ ਲਓ, ਯਾਨੀ ਕਿ ਇੱਕ ਦੇ ਨਾਲ ਇੱਕ ਜੁੜਿਆ ਹੋਏ। ਜਿਸ ਤਰ੍ਹਾਂ ਅਸੀਂ ਬੈਂਕ ਦੇ ਵਿੱਚ ਅਕਾਊਂਟ ਖੋਲਦੇ ਆ ਨਾ, ਤਾਂ ਉਹ ਕਹਿੰਦੇ ਹੈਗੇ ਕਿ ਇੱਕ ਇੰਟਰੋਡਕਸ਼ਨ ਦਿਓ ਜੀ, ਕਿ ਇੰਟਰੋਡਕਸ਼ਨ ਦਾ ਮਤਲਬ ਹੈਗਾ ਕਿ ਜੇਕਰ ਤੁਸੀਂ ਕੋਈ ਬੈਂਕ ਦੇ ਨਾਲ ਗੜਬੜ ਕਰਦੇ ਹੋ ਤਾਂ ਜਿੰਨੇ ਇੰਟਰੋਡਕਸ਼ਨ ਦਿੱਤੀ ਉਹਨੂੰ ਅਸੀਂ ਫੜ ਸਕੀਏ। ਤਾਂ ਇਸ ਤਰ੍ਹਾਂ ਇੱਕ ਦੇ ਨਾਲ ਇੱਕ ਜੁੜ ਕੇ ਜਾਂ ਕੜੀ ਬਣਾ ਕੇ ਇਹ ਮੈਂਬਰਸ਼ਿਪ ਬਣਾਉਣ ਦੀ ਕੋਸ਼ਿਸ਼, ਯਾਨੀ ਕਿ ਇੱਕ ਦੂਸਰੇ ਨੂੰ ਲੋਕੀ ਜਾਣਦੇ ਹੋ। ਤਾਂ ਉਹ ਬਣਾ ਕੇ ਫਿਰ ਤੁਸੀਂ ਕੀ ਕਰਨਾ ਹੈਗਾ ਕਿ ਅਗਲਾ ਜਿਹੜਾ ਕੰਮ ਹੈਗਾ ਉਹਦੇ ਵਿੱਚ ਮੈਂ ਇੱਕ ਤੁਹਾਡੀ ਸਟਰਕਚਰ ਬਣ ਗਿਆ, यानी कि ऑर्गेनाइजेशन का नाम हो गया, वो मेंबरशिप होगी। जब मैंबर हो गए, अलग अलग
ਡਿਸਟ੍ਰਿਕਟਸ ਦੇ ਵਿੱਚ ਅਲੱਗ-ਅਲੱਗ ਇੱਕ ਇਸ ਤਰ੍ਹਾਂ ਜਿਸ ਤਰ੍ਹਾਂ 10-15 ਮੈਂਬਰਸ ਦੀ ਇੱਥੇ ਹੈੱਡ ਕਾਉਂਸਿਲ ਬਣੀ ਹੈਗੀ ਹੈ, ਯਾਨੀ ਕਿ ਟਾਪ ਲੈਵਲ ਕਾਉਂਸਿਲ ਬਣੀ ਹੈ, ਉਸ ਤਰ੍ਹਾਂ ਡਿਸਟ੍ਰਿਕਟ ਦੇ ਵਿੱਚ 10-10 15-15 ਬੰਦਿਆਂ ਦੀ ਕਾਉਂਸਿਲ ਬਣੇਗੀ। ਇੱਕ ਬੰਦਾ ਕਦੀ ਵੀ ਕਿਸੇ ਚੀਜ਼ ਨੂੰ ਹੈਂਡਲ ਨਹੀਂ ਕਰੇਗਾ, ਠੀਕ ਹੈ। ਉਹ ਫਿਰ ਉਹਦੇ ਵਿੱਚ ਹੰਕਾਰ ਆ ਜਾਂਦਾ ਹੈਗਾ ਔਰ ਉਹ ਉਸੇ ਤਰ੍ਹਾਂ ਕਰਪਟ ਹੋ ਜਾਂਦਾ ਹੈਗਾ ਜਿਸ ਤਰ੍ਹਾਂ ਬਾਕੀ ਦੇ ਪੋਲੀਟੀਸ਼ੀਅਨਸ ਕਰਪਟ ਹੈਗੇ। ਤਾਂ ਉਹ ਅਸੀਂ ਹਮੇਸ਼ਾ ਹੀ ਇੱਕ ਡਿਸਟ੍ਰੀਬਿਊਸ਼ਨ ਆਫ ਕੰਟਰੋਲ ਰੱਖਣਾ ਹੈ, ਠੀਕ ਹੈ। ਤਾਂ ਉਹ ਬਣਾਉਣ ਤੋਂ ਬਾਅਦ ਹੁਣ ਅਗਲਾ ਕੀ ਕੰਮ ਹੈਗਾ, ਅਸੀਂ ਆਪਣੀ ਲਿਸਟ ਕਰਨਾ ਹੈਗਾ ਕਿ ਸਾਡੇ ਪੰਜਾਬ ਦੇ ਵਿੱਚ ਇਸ਼ੂਜ਼ ਕੀ ਕੀ ਹੈਗੇ। ਹੁਣ ਤੁਸੀਂ ਇਸ ਤਰ੍ਹਾਂ ਫਜ਼ੂਲ ਦੇ ਵਿੱਚ ਬੋਲਦੇ ਜਾਓਗੇ, ਉਹਦੀ ਕੋਈ ਡਾਕੂਮੈਂਟੇਸ਼ਨ ਬਿਲਕੁਲ ਨਹੀਂ ਹੈਗੀ, ਉਹਦੀ ਰਿਟੈਂਸ਼ਨ ਵੀ ਬਿਲਕੁਲ ਨਹੀਂ ਹੈਗੀ। ਤੁਸੀਂ ਬੋਲ ਰਹੇ ਹੈਗੇ ਉਹ ਹਵਾ ਦੇ ਵਿੱਚ, ਥੋੜੀ ਦੇਰ ਦੇ ਬਾਅਦ ਉਹ ਇਟ ਗੈਟਸ ਇਵੈਪੋਰੇਟਿਡ, ਯਾਨੀ ਕਿ ਉਹ ਉੜ ਜਾਂਦਾ। ਇਹਨੂੰ ਹੁਣ ਅਸੀਂ ਜਦ ਆਰਗੇਨਾਈਜੇਸ਼ਨ ਦੀ ਗੱਲ, ਐਵਰੀਥਿੰਗ ਹੈਜ਼ ਟੂ ਬੀ ਆਰਗੇਨਾਈਜ਼ਡ ਨਾਓ। ਤਾਂ ਅਸੀਂ ਹੁਣ ਅਗਲਾ ਕੰਮ ਕੀ ਕਰਨਾ ਹੈਗਾ ਕਿ ਅਸੀਂ ਲਿਸਟ ਕਰਨਾ ਹੈਗਾ ਆਪਣੇ ਇਸ਼ੂਜ਼, ਪੰਜਾਬ ਦੇ ਵਿੱਚ ਇਸ਼ੂਜ਼ ਕਿਹੜੇ ਕਿਹੜੇ ਹੈਗੇ। ਸਭ ਤੋਂ ਪਹਿਲਾਂ ਮੰਨ ਲਓ ਐਜੂਕੇਸ਼ਨ ਨਾਲ ਰਿਲੇਟਿਡ ਹੈ ਕਿ ਐਜੂਕੇਸ਼ਨ ਪ੍ਰੋਪਰ ਨਹੀਂ ਹੈਗੀ ਇੱਥੇ, ਠੀਕ ਹੈ, ਔਰ ਹੈ ਵੀ ਨਹੀਂ ਹੈ। ਮੈਂ ਤੁਹਾਨੂੰ ਦੱਸਾਂਗਾ, ਜੇਕਰ ਐਜੂਕੇਸ਼ਨ ਪ੍ਰੋਪਰ ਹੁੰਦੀ ਤਾਂ ਨੌਕਰੀ ਲੱਗਦੀ ਸਭ ਦੀ। ਤਾਂ ਐਜੂਕੇਸ਼ਨ ਹੈ, ਜਿਹੜੇ ਲੀਡਰਸ ਪੁਰਾਣੇ ਸੀ ਪੰਜਾਬ ਦੇ ਵਿੱਚ ਜਾਂ ਹੁਣ ਜਿਹੜੇ ਨਵੇਂ ਬਣੇ ਹੈਗੇ ਐਜੂਕੇਸ਼ਨ ਦੇ ਨਾਲ ਰਿਲੇਟਿਡ, ਸਾਰੇ ਝੂਠ ਬੋਲ ਰਹੇ ਹੈਗੇ। ਦਿੱਲੀ ਦੇ ਵਿੱਚ ਤਾਂ ਇੰਨਾ ਝੂਠ ਹੈ ਸਕੂਲ ਐਜੂਕੇਸ਼ਨ ਨੂੰ ਲੈ ਕੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਂ ਰੋਜ਼ ਇੰਟਰੈਕਟ ਕਰਦਾ ਹੈਗਾ ਇੱਥੇ ਸਰਕਾਰ ਦੇ ਨਾਲ। ਤਾਂ ਦਿੱਲੀ ਦੇ ਵਿੱਚ ਸਕੂਲ ਐਜੂਕੇਸ਼ਨ ਨੂੰ ਲੈ ਕੇ ਇੰਨੀ ਧਾਂਦਲੀ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਠੀਕ ਹੈ। ਮੈਂ ਆਪਣਾ ਵੀ ਸਕੂਲ ਬੱਚਿਆਂ ਵਾਸਤੇ ਫ੍ਰੀ ਚਲਾਉਂਦਾ ਸੀ ਜਿਹੜੇ ਇੱਥੇ ਜੇ ਕਲੋਨੀ ਦੇ ਵਿੱਚ ਰਹਿੰਦੇ ਹੈਗੇ। ਤਾਂ ਉਹਦੇ ਜਦ ਮੈਂ ਆਪਣਾ ਸਕੂਲ ਚਲਾਉਂਦਾ ਸੀ ਤਾਂ ਉੱਥੇ ਹਰ ਤਰ੍ਹਾਂ ਦੇ ਪੇਰੈਂਟਸ, ਬੱਚੇ ਔਰ ਟੀਚਰਸ, ਔਰ ਮੈਂ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲਸ ਨੂੰ ਮਿਲਦਾ ਸੀ। ਉੱਥੇ ਹਰ ਇੱਕ ਪ੍ਰਿੰਸੀਪਲ ਮੰਨਦਾ ਹੈ ਕਿ ਸਕੂਲ ਦੇ ਵਿੱਚ ਬਿਲਕੁਲ ਪੜ੍ਹਾਈ ਨਹੀਂ ਹੈਗੀ, ਸਿਰਫ ਬਿਲਡਿੰਗਸ ਬਣ ਰਹੀਆਂ ਹੈਗੀਆਂ ਦਿੱਲੀ ਦੇ ਵਿੱਚ। ਬਿਲਡਿੰਗ ਜਾਂ ਰੈਨੋਵੇਟ ਹੋ ਰਹੀਆਂ ਜਾਂ 1 2 4 5 ਨਵੀਆਂ ਬਣ ਰਹੀਆਂ, ਕਿਉਂਕਿ ਉਹਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ। ਜਦ ਬਿਲਡਿੰਗ ਬਣਾਉਂਦੇ ਹੋ ਨਾ ਤੁਸੀਂ ਸਕੂਲ ਦੀ, ਤਾਂ ਉਹਦੇ ਵਿੱਚ ਹੈ ਨਾ ਪੋਲੀਟੀਸ਼ੀਅਨਸ ਨੂੰ ਔਰ ਬਿਊਰੋਕਰੈਟਸ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਉਹਦਾ ਨਾਲ ਸਕੂਲ ਦੀ ਪੜ੍ਹਾਈ ਨਾਲ ਕੋਈ ਮਤਲਬ ਨਹੀਂ ਹੈਗਾ। ਉਹਨਾਂ ਦਾ ਮਤਲਬ ਸਿਰਫ ਸਕੂਲ ਦੀ ਬਿਲਡਿੰਗ ਦੇ ਵਿੱਚ ਹੋਰ ਕਮਰੇ ਪਾਉਣ ਦਾ ਜਾਂ ਫਿਰ ਨਵੀਂ ਬਿਲਡਿੰਗ ਬਣਾਉਣ ਦਾ, ਕਿਉਂਕਿ ਉਹਦੇ ਵਿੱਚ ਕਰੋੜਾਂ ਰੁਪਏ ਦੀ ਕਰਪਸ਼ਨ ਹੁੰਦੀ ਹੈ, ਜਿਹਦੇ ਉਹ ਕਰਪਸ਼ਨ ਮਨੀ ਨੂੰ ਯੂਜ਼ ਕਰਕੇ ਉਹ ਆਪਣੇ ਜਗ੍ਹਾ ਜਗ੍ਹਾ ਦੇ ਉੱਤੇ ਪੋਸਟਰ ਲਗਾ ਕੇ ਔਰ ਝੂਠਾ ਪ੍ਰਚਾਰ ਕਰਦੇ ਹੈ, ਠੀਕ ਹੈ। ਉਹ ਮਨੀ ਯੂਜ਼ ਕਰਦੇ ਹੈ ਔਰ ਫਿਰ MLAs ਨੂੰ ਖਰੀਦਦੇ ਹੈਗੇ। ਤਾਂ ਇਹ ਮਨੀ ਇਸ ਤਰ੍ਹਾਂ ਦੇ ਨਾਲ, ਤਾਂ ਸਕੂਲ ਐਜੂਕੇਸ਼ਨ ਬਹੁਤ ਬੁਰਾ ਹਾਲ ਹੈ ਇੱਥੇ ਦਿੱਲੀ ਦੇ ਵਿੱਚ। ਉਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਇਟ ਇਜ਼ ਵਰਸ। ਪੰਜਾਬ ਦੇ ਵਿੱਚ ਹੋਰ ਵੀ ਬੁਰਾ ਹਾਲ ਹੈ, ਠੀਕ ਹੈ। ਝੂਠ ਬੋਲ ਰਹੇ ਹੈਗੇ ਕਿ ਰੈਂਕ ਮਿਲ ਗਿਆ ਜੀ ਸਾਨੂੰ, ਇਸ ਤਰ੍ਹਾਂ ਕੁਝ ਕਹਿੰਦੇ ਹੈਗੇ, ਉਹ ਸਭ ਕੁਝ ਸਰਾਸਰ ਝੂਠ ਹੈ। ਤੁਸੀਂ ਸਕੂਲ ਦੇ ਬੱਚਿਆਂ ਨੂੰ ਤਾਂ ਛੱਡੋ, ਮੈਂ ਲਿਖ ਕੇ ਦਿੰਦਾ ਹੈਗਾ ਵਾਂ ਕਿ ਪ੍ਰਿੰਸੀਪਲ ਤੋਂ ਲੈ ਕੇ ਜਿੰਨੇ ਟੀਚਰਸ ਹੈਗੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਆਪਣੇ ਹੀ ਸਬਜੈਕਟ ਦੇ ਵਿੱਚ ਜੇਕਰ ਤੁਸੀਂ 10 ਬੰਦਿਆਂ ਨੂੰ ਆਪਣਾ ਹੀ ਪੇਪਰ ਜਿਹੜਾ ਸਬਜੈਕਟ ਪੜ੍ਹਾਉਂਦੇ ਹੋ ਦਿਓਗੇ, 9 ਦੇ ਵਿੱਚੋਂ ਫੇਲ ਹੋ ਜਾਣਗੇ। ਤੁਸੀਂ ਲਿਖ ਕੇ ਲੈ ਲਓ। ਹਿਸਾਬ ਦੇ ਸਵਾਲ 5 ਦੇ ਪਲੱਸ ਮਾਈਨਸ ਦੇ ਜਿਹੜੇ ਅਰਥਮੈਟਿਕ ਆਪਰੇਟਰਸ ਹੁੰਦੇ ਆ, ਉਹ ਵਾਲੇ ਸਵਾਲ ਨਹੀਂ ਉਹਨਾਂ ਨੂੰ ਆਉਂਦੇ ਹੈਗੇ। ਮੈਂ ਆਪਣੇ ਆਪ ਐਕਸਪੀਰੀਅੰਸ ਕੀਤਾ ਹੈਗਾ ਜਿਸ ਮੈਂ ਬੱਚਿਆਂ ਨੂੰ ਪੜ੍ਹਾਉਂਦਾ ਸੀ ਉੱਥੇ। ਤਾਂ ਸਕੂਲ ਦੀ ਪੜ੍ਹਾਈ ਬਹੁਤ ਜ਼ਿਆਦਾ ਖਰਾਬ ਹੈਗੀ ਹੈ। ਤਾਂ ਇੱਕ ਫਸਟ ਇਸ਼ੂ ਇਜ਼ ਸਕੂਲ ਐਜੂਕੇਸ਼ਨ, ਸੈਕੰਡ ਇਸ਼ੂ ਇਜ਼ ਡਰਗ ਐਡਿਕਸ਼ਨ, ਥਰਡ ਇਸ਼ੂ ਇਜ਼ ਕਰਪਸ਼ਨ, ਇਹ ਮਾਫੀਆ ਜਿਹੜਾ ਉੱਥੇ ਚੱਲਦਾ ਹੈਗਾ। ਤਾਂ ਇਹ ਸਾਰਾ ਜਿੰਨਾ ਹੈਗਾ ਇਹ ਇਸ਼ੂਜ਼ ਲਿਸਟ ਕਰੋ। ਕਿਸੇ ਵੀ ਨਾਲ ਹੋਰ ਗੱਲ ਨਹੀਂ ਕਰਨੀ, ਆਪਸ ਦੇ ਵਿੱਚ ਜਿਹੜੀ ਇਹ ਕੌਂਸਲ ਬਣੀ ਹੈਗੀ ਹੈ, ਯਾਨੀ ਕਿ ਹੈੱਡ ਕੌਂਸਲ ਬਣੀ ਹੈ 10-15 ਬੰਦਿਆਂ ਦੀ, ਇਹ ਆਪਸ ਦੇ ਵਿੱਚ ਡਿਸਕਸ ਕਰਕੇ, ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਡਿਸਕਸ ਕਰਕੇ ਤੁਹਾਡਾ ਕੀ ਸੋਲੂਸ਼ਨ ਹੈ ਉਹ ਦੱਸਣਾ ਹੈ। ਕਿਸੇ ਕੋਲ ਮੰਗਣ ਜਾਣ ਦੀ ਜ਼ਰੂਰਤ ਨਹੀਂ ਹੈਗੀ। ਇਹ ਪੋਲੀਟੀਸ਼ੀਅਨ ਨੇ ਤਾਂ ਬਿਲਕੁਲ ਬਰਬਾਦ ਕਰ ਦਿੱਤਾ ਹੈਗਾ ਹਿੰਦੁਸਤਾਨ ਪੂਰਾ, ਔਰ ਪੰਜਾਬ ਖਾਸ ਕਰਕੇ, ਕਿਉਂਕਿ ਮੈਂ ਪੰਜਾਬ ਦੇ ਨਾਲ ਕਾਫੀ ਜੁੜਿਆ ਹੋਇਆ। ਮੈਂ ਉੱਥੇ ਜੌਬ ਕੀਤੀ ਹੈਗੀ ਹੈ, ਬਹੁਤ ਲੋਕਾਂ ਨੂੰ ਜਾਣਦਾ ਸੀ। ਹੁਣ ਮੇਰਾ ਕਈ ਸਾਲਾਂ ਤੋਂ ਮੈਂ ਦਿੱਲੀ ਆ ਗਿਆ ਤੇ ਕਨੈਕਸ਼ਨ ਟੁੱਟ ਗਿਆ ਹੈਗਾ। ਤਾਂ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿ ਤੁਸੀਂ ਮੰਨ ਨਹੀਂ ਸਕਦੇ। ਤਾਂ ਅਸੀਂ ਇਸ਼ੂ ਕਰਕੇ ਆਪਣਾ ਸੋਲੂਸ਼ਨ ਦੇਣਾ, ਸਾਡਾ ਇਹ ਸੁਧਾਰ ਦਾ ਤਰੀਕਾ ਹੋਏਗਾ, ਠੀਕ ਹੈ। ਉਹਦਾ ਸਟੈਪ ਵਾਈਜ਼ ਪਹਿਲਾ ਸਟੈਪ ਹੈ, ਦੂਸਰਾ ਸਟੈਪ ਹੈ, ਤੀਸਰਾ ਥੋੜੀ ਜੀ ਮੁਸ਼ਕਿਲ ਐਕਸਰਸਾਈਜ਼ ਹੈ। ਜਿੱਥੇ ਤੁਹਾਨੂੰ ਮੇਰੀ ਜ਼ਰੂਰਤ ਪਏਗੀ ਆਈ ਵਿਲ ਬੀ ਅਵੇਲੇਬਲ, ਤਾਂ ਮੈਂ ਤੁਹਾਡੀ ਉੱਥੇ ਹੈਲਪ ਕਰਾਂਗਾ। ਤਾਂ
ਉਹ ਬਣਾ ਕੇ ਰੋਡ ਮੈਪ, ਇਹ ਸਾਰੇ ਇਸ਼ੂਜ਼ ਯਾਨੀ ਕਿ ਪ੍ਰੋਬਲਮਸ ਕੀ ਹੈਗੀਆਂ ਉੱਥੇ, ਔਰ ਉਹਨਾਂ ਦਾ ਸਮਾਧਾਨ ਕੀ ਹੈਗਾ, ਉਹਦਾ ਸੁਧਾਰ ਤੁਸੀਂ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੈਗੇ ਹੋ, ਉਹ ਸਾਰਾ ਦਾ ਸਾਰਾ ਲਿਖਣਾ ਪਏਗਾ, ਹਵਾ ਦੇ ਵਿੱਚ ਬਿਲਕੁਲ ਨਹੀਂ। ਇਹ ਵੀਡੀਓ ਵਗੈਰਾ ਬੜੇ, ਮੈਂ ਵੀ ਵੀਡੀਓ ਬਣਾਉਣ ਵੇਲੇ ਬੜਾ ਹੈਜ਼ਿਟੇਟ ਕਰਦਾ ਹਾਂ। ਇਹ ਵੀਡੀਓ ਵਗੈਰਾ ਦਾ ਕੁਛ ਫਾਇਦਾ ਨਹੀਂ ਹੈਗਾ। ਸਭ ਤੋਂ ਜ਼ਰੂਰੀ ਚੀਜ਼ ਹੈ ਇੱਕ ਡਾਕੂਮੈਂਟੇਸ਼ਨ ਹੈ ਜੀ, ਡਾਕੂਮੈਂਟੇਸ਼ਨ। ਤੁਸੀਂ ਕਿਧਰੇ ਜਾਣਾ ਵੀ ਹੈ ਮਿਲਣ, ਉਹ ਵੀ ਲਿਖਿਆ ਹੋਣਾ ਚਾਹੀਦਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀਡੀਓ ਲੈ ਕੇ ਆਏ ਆ ਦੇਖ ਲਓ, ਤੁਸੀਂ ਲਿਖਿਆ ਹੋਣਾ ਚਾਹੀਦਾ ਹੈਗਾ। ਲਿਖੇ ਦੇ ਉੱਤੇ ਹੀ ਕੋਈ ਐਕਸ਼ਨ ਹੁੰਦਾ ਜਿਹਦੇ ਕੋਲ ਵੀ ਜਾਣਾ ਹੈਗਾ। ਜੇ ਤੁਸੀਂ ਬੰਦੇ ਵੀ ਆਪਣੇ ਨਾਲ ਜੋੜਨੇ, ਇਟ ਸ਼ੁੱਡ ਬੀ ਇਨ ਦ ਰਿਟਨ ਫਾਰਮ। ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈਗਾ, ਠੀਕ ਹੈ। ਇਹ ਵੀਡੀਓ ਵਗੈਰਾ ਤਾਂ ਐਸਾ ਥੋੜਾ ਜਿਹਾ ਇੱਕ ਅਡੈਂਡਮ ਟਾਈਪ ਹੁੰਦਾ ਹੈਗਾ ਵੀਡੀਓ ਕਿ ਤੁਸੀਂ, ਤੁਹਾਡੀ ਪ੍ਰੋਪਰ ਪਲੈਨਿੰਗ ਹੈ, ਡਾਕੂਮੈਂਟੇਸ਼ਨ ਹੈ, ਕਾਗਜ਼ ਦੇ ਉੱਤੇ ਹੈ, ਉਹਦੇ ਐਡੀਸ਼ਨ ਦੇ ਵਿੱਚ ਕਦੇ ਜ਼ਰੂਰਤ ਪਈ ਤਾਂ ਵੀਡੀਓ ਬਣਾ ਲਿਆ, ਅਦਰਵਾਈਜ਼ ਵੀਡੀਓ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਵੀਡੀਓ ਦੇ ਨਾਲ ਤੁਸੀਂ ਆਪਣਾ ਸਾਰੇ ਰਿਸੋਰਸਿਸ ਵੇਸਟ ਕਰ ਰਹੇ ਹੋ। ਤੁਸੀਂ ਸੋਚਦੇ ਹੋ ਵੀਡੀਓ ਬਣਾਤਾ ਹੁਣ ਕਾਫੀ ਹੈ ਜੀ, ਇਹਦਾ ਕੋਈ ਫਾਇਦਾ ਨਹੀਂ ਹੈਗਾ। ਇਹਨੂੰ ਡਾਕੂਮੈਂਟੇਸ਼ਨ ਕਰਨੀ ਪਏਗੀ। ਡਾਕੂਮੈਂਟੇਸ਼ਨ ਮੀਨਸ ਯੂ ਹੈਵ ਟੂ ਬ੍ਰਿੰਗ ਇਟ ਔਨ ਦਾ ਪੇਪਰ। ਤਾਂ ਇਸ ਤਰ੍ਹਾਂ ਇਸ਼ੂਜ਼ ਹੋ ਗਏ, ਉਹਦੇ ਸੋਲਿਊਸ਼ਨਸ ਹੋ ਗਏ, ਉਹ ਲਿਖਣੇ ਆ ਤੁਸੀਂ ਆਪਣੇ ਵੱਲੋਂ, ਠੀਕ ਹੈ। ਇਹਦੇ ਵਿੱਚ ਸਰਕਾਰ ਦੀ ਬਿਲਕੁਲ ਮਦਦ ਨਹੀਂ ਨਾ ਲੈਣੀ ਹੈਗੀ ਹੈ, ਨਾ ਅਸੀਂ ਜਾਣਾ ਹੈਗਾ। ਉਹ ਬੜੇ ਬੇਈਮਾਨ ਹੈ, ਉਹਨਾਂ ਨੂੰ ਹਟਾਉਣ ਦੇ ਵਾਸਤੇ ਹੀ ਇਹ ਸਾਰਾ ਪ੍ਰੋਜੈਕਟ ਮੈਂ ਸੋਚ ਰਿਹਾ ਹੈਗਾ ਕਿ ਇਹ ਜਿਹੜੇ ਬੇਈਮਾਨ ਹੈਗੇ ਹੈ, ਕਹਿਣ ਨੂੰ ਤਾਂ ਆਮ ਆਦਮੀ ਹੈਗੇ ਆ ਕਿ ਅਸੀਂ, ਔਰ ਕਰੋੜਾਂ ਰੁਪਏ ਦੀ ਉਹਨਾਂ ਕੋਲ ਪ੍ਰਾਪਰਟੀ ਹੈਗੀ ਹੈ, ਕਹਿਣ ਨੂੰ ਉਹ ਦਲਿਤ ਹੈਗੇ ਹੈ, ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈਗੀ ਹੈ। ਜਿੰਨੇ ਆਪੋਜੀਸ਼ਨ ਦੇ ਵਿੱਚ ਹੈਗੇ ਆ ਜਾਂ ਰੂਲਿੰਗ ਦੇ ਵਿੱਚ ਹੈਗੇ, ਸਾਰੇ ਦੇ ਸਾਰੇ, ਸਿੱਧੀ ਜੀ ਗੱਲ ਹੈ, ਜੇਕਰ ਤੁਸੀਂ ਝੂਠੇ ਕਰਪਟ ਠੱਗ ਨਹੀਂ ਹੈਗੇ ਤਾਂ ਪੋਲਿਟਿਕਸ ਦੇ ਵਿੱਚ ਹੋ ਹੀ ਨਹੀਂ ਸਕਦੇ। ਅੱਜ ਦੀ ਪੋਲਿਟਿਕਸ ਦੇ ਵਿੱਚ ਹੋ ਹੀ ਨਹੀਂ ਸਕਦੇ। ਚਾਹੇ ਕੋਈ ਵੀ ਪਾਰਟੀ ਹੋਏ, ਕੋਈ ਵੀ ਬੰਦਾ ਹੋਏ, ਅਗਰ ਉਹ ਮੱਕਾਰ, ਝੂਠਾ, ਬੇਈਮਾਨ ਹੈ ਤਾਂ ਹੀ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਉਹ ਐਸਟੈਬਲਿਸ਼ ਹੋ ਸਕਦਾ ਹੈਗਾ। ਅਦਰਵਾਈਜ਼ ਜਿਹੜੇ ਚੰਗੇ ਬੰਦੇ ਹੈਗੇ ਆ ਉਹ ਤੁਹਾਡੇ ਵਰਗੇ ਆ, ਜਿਹੜੇ ਅਲੱਗ-ਅਲੱਗ ਸੈਲਫਲੈਸਲੀ ਯਾਨੀ ਕਿ ਆਪਣਾ ਕੋਈ ਫਾਇਦਾ ਸੋਚੇ ਬਿਨਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਂਦੇ ਹੋ ਕਿ ਕੀ ਉਹਨਾਂ ਵਾਸਤੇ ਗਲਤ ਹੈ, ਕੀ ਉਹਨਾਂ ਵਾਸਤੇ ਠੀਕ ਹੈ। ਇਹੀ ਪੋਲਿਟਿਕਸ ਹੈ, ਇਹੀ ਪੋਲਿਟਿਕਸ ਹੈ। ਉਹ ਪੋਲਿਟਿਕਸ ਨਹੀਂ ਹੈ, ਉਹ ਤਾਂ ਡਕੈਤੀ ਹੈ। ਜਿਹੜੀ ਇਹ ਕਰ ਰਹੇ ਹੈਗੇ ਆ ਪੋਲੀਟੀਸ਼ੀਅਨ, ਉਹ ਡਕੈਤੀ ਹੈ, ਦੈਟ ਇਜ਼ ਡਕਾਟੀ। ਤਾਂ ਉਹਨੂੰ ਤੁਸੀਂ ਬਦਲਣਾ। ਤਾਂ ਇਹ ਤੁਸੀਂ ਇਸ਼ੂਜ਼ ਆਪਣੇ ਲਿਸਟ ਕਰ ਰਹੇ ਹੋ, ਉਹਦੇ ਸੋਲੂਸ਼ਨ ਕਰ ਲਏ, ਇਹ ਲਿਖ ਲਿਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈਗਾ ਕਿ ਜਿਸ ਤਰ੍ਹਾਂ ਐਜੂਕੇਸ਼ਨ, ਤੁਸੀਂ ਮੈਂ ਦੇਖਦਾ ਹਾਂ ਤੁਸੀਂ ਜਾ ਕੇ ਕਹਿੰਦੇ ਹੋ ਜੀ ਨੌਕਰੀਆਂ ਨਹੀਂ ਮਿਲ ਰਹੀਆਂ ਜੀ। ਲੋਕੀ ਇੱਥੋਂ ਪੰਜਾਬ ਦੇ ਵਿੱਚੋਂ ਬਾਹਰ ਭੱਜ ਰਹੇ ਆ, ਬਾਹਰਲੇ ਦੇਸ਼ਾਂ ਦੇ ਵਿੱਚ। ਉੱਥੇ ਜਾ ਕੇ ਉਹ ਮਤਲਬ ਕਿ ਬਹੁਤ, ਇੱਥੇ ਉਹ ਕਿੰਗਸ ਦੀ ਤਰ੍ਹਾਂ ਰਹਿ ਸਕਦੇ ਹੈਗੇ, ਰਾਜਿਆਂ ਦੀ ਤਰ੍ਹਾਂ ਰਹਿ ਸਕਦੇ ਆ। ਉੱਥੇ ਜਾ ਕੇ ਉਹ 에ਅਰਪੋਰਟ ਦੇ ਉੱਤੇ ਸਫਾਈ ਕਰਦੇ ਹੈਗੇ ਆ, ਜਾਂ ਟਾਇਲਟਸ ਦੀ ਸਫਾਈ ਕਰਦੇ ਆ, ਜਾਂ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪਾਉਂਦੇ ਹੈਗੇ। ਇੰਨਾ ਗੰਦਾ ਉਹ ਕੰਮ ਹੈਗਾ। ਤੁਸੀਂ ਆਪਣੀ ਸਾਰੀ ਖੁਦ ਦੀ ਇੱਜ਼ਤ ਮਿੱਟੀ ਦੇ ਵਿੱਚ ਮਿਲਾ ਰਹੇ ਹੋ। ਕਿਉਂ? ਕਿਉਂਕਿ ਪੜ੍ਹਾਈ ਠੀਕ ਨਹੀਂ ਹੈ। ਪੜ੍ਹਾਈ ਪੂਰੇ ਇੰਡੀਆ ਦੇ ਵਿੱਚ ਹੀ ਵੈਸੇ ਠੀਕ ਨਹੀਂ ਹੈ, ਪੰਜਾਬ ਦੇ ਵਿੱਚ ਉਹਦਾ ਹੋਰ ਵੀ ਬੁਰਾ ਹਾਲ ਹੈ। ਉਹਦਾ ਇੱਕ ਇੰਡੀਕੇਟਰ ਜਿਹੜਾ ਹੈਗਾ ਪੂਰੇ ਇੰਡੀਆ ਦੀ ਪੜ੍ਹਾਈ ਦਾ, ਉਹ ਹੈਗਾ, ਇਹਨੂੰ ਅਸੀਂ ਕਹਿੰਦੇ ਹਾਂ ਹਿਊਮਨ ਡਿਵੈਲਪਮੈਂਟ ਇੰਡੈਕਸ। ਇਹ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ, ਇੱਕ ਜਿਹੜਾ ਮੈਂ ਤੁਹਾਨੂੰ ਯੂਨਾਈਟਿਡ ਨੇਸ਼ਨ ਦੱਸਿਆ 200 ਕੰਟਰੀਜ਼ ਦੀ ਗਵਰਨਮੈਂਟ ਹੈਗੀ ਹੈ, ਉਹ ਬਣਾਉਂਦੇ ਹੈਗੇ ਹਰੇਕ ਕੰਟਰੀ ਦਾ। ਇੰਡੀਆ ਦਾ ਨੰਬਰ ਉੱਥੇ 131 ਹੈ। 131 ਦਾ ਮਤਲਬ ਪੜ੍ਹਾਈ ਦੇ ਨਾਮ ਤੇ ਇੱਥੇ ਕੁਝ ਹੋ ਹੀ ਨਹੀਂ ਰਿਹਾ ਹੈਗਾ। ਪੜ੍ਹਾਈ ਇੱਕ ਚੀਜ਼ ਹੈ, ਉਹਦੇ ਵਿੱਚ 2-3 ਹੋਰ ਇੰਡੀਕੇਟਰਸ ਆਉਂਦੇ ਹੈਗੇ, ਯਾਨੀ ਕਿ ਲਾਈਫ ਐਕਸਪੀਰੀਐਂਸੀ ਦਾ ਆਉਂਦਾ ਹੈਗਾ, ਔਰ ਦੂਸਰਾ ਸਕਿੱਲਸ ਦਾ ਆਉਂਦਾ ਹੈਗਾ। ਉਹ ਇੱਥੇ 131, ਜਿਹੜੇ ਛੋਟੇ ਛੋਟੇ ਵੀ ਕੰਟਰੀਜ਼ ਹੈਗੇ ਹੈ, ਜਿੱਥੇ ਕਈ ਸਾਲਾਂ ਤੋਂ ਕਨਫਲਿਕਟ ਚੱਲ ਰਿਹਾ ਹੈਗਾ, ਯਾਨੀ ਕਿ ਸਿਵਲ ਵਾਰਸ ਹੋ ਰਹੇ ਹੈਗੇ, ਉੱਥੇ ਵੀ ਪੜ੍ਹਾਈ ਦਾ ਜਿਹੜਾ ਸਟੈਂਡਰਡ ਹੈਗਾ ਉਹ ਇੰਡੀਆ ਤੋਂ ਚੰਗਾ ਹੈਗਾ। ਔਰ ਪੰਜਾਬ ਇਜ਼ ਜਸਟ ਵਨ ਸਟੇਟ ਆਫ ਇੰਡੀਆ। ਇੱਥੇ ਵੀ ਉਨਾ ਹੀ ਬੁਰਾ ਹਾਲ ਹੈ ਜਿੰਨਾ ਬਾਕੀ ਦੀ ਸਟੇਟਸ ਦੇ ਵਿੱਚ ਹੈ। ਇਹਦੇ ਉੱਤੇ ਮੈਂ ਕਾਫੀ ਲਿਖਦਾ। ਤਾਂ ਇਹ ਜਿਹੜਾ ਹੈਗਾ ਪੜ੍ਹਾਈ ਦਾ, ਜਿਹੜਾ ਜਿੰਨੀ ਦੇਰ ਤੱਕ ਇਹਦਾ ਸਟੈਂਡਰਡ ਰੀਵੈਂਪ ਦਾ ਮਤਲਬ ਹੈ ਕਿ ਪੂਰੀ ਓਵਰਹਾਲ, ਇਹਨੂੰ ਟਵੀਕਿੰਗ ਨਹੀਂ ਕਹਿੰਦੇ, ਸਬਜੈਕਟ ਦੇ ਵਿੱਚ ਆ ਚੇਂਜ ਕਰ ਦਿਓ ਜੀ, ਇਹਦੇ ਵਿੱਚ ਆ ਚੇਂਜ ਕਰ ਦਿਓ ਜੀ, ਕੁਝ ਨਹੀਂ ਹੋਏਗਾ ਉਹਦੇ ਨਾਲ। ਇਹਦਾ ਪੂਰੇ ਦਾ ਪੂਰਾ ਸਿਸਟਮ ਚੇਂਜ ਕਰਨਾ ਪਏਗਾ ਤੁਹਾਨੂੰ, A to Z ਪੂਰਾ ਦਾ ਪੂਰਾ ਸਿਸਟਮ। ਜਿੰਨੀ ਦੇਰ ਤੱਕ ਸਕੂਲ ਐਜੂਕੇਸ਼ਨ ਮੈਂ ਸਿਰਫ ਕਹਿ ਰਿਹਾ ਹੈਗਾ, ਔਰ ਮੈਂ ਤੁਹਾਨੂੰ ਦੱਸਦਾ ਮੈਂ ਸਕੂਲ ਐਜੂਕੇਸ਼ਨ ਕਿਉਂ ਕਹਿ ਰਿਹਾ। ਸਕੂਲ ਐਜੂਕੇਸ਼ਨ ਦਾ ਜਿੰਨੀ ਦੇਰ ਤੱਕ ਸਿਸਟਮ ਨਹੀਂ ਠੀਕ ਹੁੰਦਾ, ਇੰਪਲੋਇਮੈਂਟ ਇੱਥੇ ਨਹੀਂ ਆ ਸਕਦੀ। ਲਿਖ ਕੇ ਲੈ ਲਓ ਤੁਸੀਂ, ਤੁਹਾਨੂੰ ਕਿਸੇ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਕਿ ਇਹਨੂੰ ਨੌਕਰੀ ਦੇ ਦਿਓ ਜੀ, ਇਹਦੀ ਤਨਖਾਹ ਵਧਾ ਦਿਓ ਜੀ। ਹੁਣ ਜਿਹੜੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈਗੀ, ਉਹ
ਉੱਥੇ ਟੈਂਕੀਆਂ ਦੇ ਉੱਤੇ ਚੜ੍ਹ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਉਹ ਨੌਕਰੀ ਤੁਹਾਡੇ ਪਹਿਲੇ ਜਿਹੜੇ ਹੈਗੇ ਆ ਫੰਡਾਮੈਂਟਲਸ ਤਾਂ ਹੋਣੇ ਚਾਹੀਦੇ ਹੈਗੇ ਨਾ ਨੌਕਰੀ ਲੈਣ ਵਾਸਤੇ। ਅੱਜ ਦੀ ਡੇਟ ਦੇ ਵਿੱਚ ਉਹ ਵਾਲੀ ਪੜ੍ਹਾਈ ਔਰ ਉਹ ਵਾਲੀ ਸਕਿੱਲਸ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ, ਕਿਸੇ ਨੂੰ, ਨਾ ਪ੍ਰਾਈਵੇਟ ਦੇ ਵਿੱਚ ਨਾ ਗੌਰਮੈਂਟ ਦੇ ਵਿੱਚ। ਤਾਂ ਉਹ ਜਿੰਨੀ ਦੇਰ ਤੱਕ ਤੁਹਾਡੀ ਪੜ੍ਹਾਈ ਠੀਕ ਨਹੀਂ ਹੋਏਗੀ ਉਨੀ ਦੇਰ ਤੱਕ ਨੌਕਰੀ ਐਕਸਪੈਕਟ ਵੀ ਨਾ ਕਰੋ, ਮੰਗੋ ਵੀ ਨਾ। ਠੀਕ ਹੈ, ਇਹ ਥੋੜਾ ਜਿਹਾ ਸੈਕਰੀਫਾਈਸ ਕਰਨਾ ਪਏਗਾ ਇਹਦੇ ਵਿੱਚ। ਇਹ ਅਸੀਂ ਪੂਰੇ ਦਾ ਪੂਰਾ ਇੱਕ ਨਵੀਂ ਜਨਰੇਸ਼ਨ ਦੇ ਵਾਸਤੇ, ਇੱਕ ਪ੍ਰੋਸਪੈਰਿਟੀ ਲਿਆਉਣ ਵਾਸਤੇ ਇਹ ਸਾਰਾ ਪ੍ਰੋਜੈਕਟ ਕਰ ਰਹੀ ਹੈ। ਤੇ ਇਹਦੇ ਵਿੱਚ ਸੈਕਰੀਫਾਈਸ ਇਹਦਾ ਓਵਰਨਾਈਟ ਕੋਈ ਰਿਜ਼ਲਟ ਆਉਣ ਵਾਲਾ ਨਹੀਂ ਹੈਗਾ ਕਿ ਤੁਸੀਂ ਸੋਚੋ ਕਿ ਅੱਜ 2 4 5 ਸਾਲ ਦੇ ਵਿੱਚ ਰਿਜ਼ਲਟ ਆ ਜਾਏਗਾ। ਇਹਦੇ ਵਿੱਚ ਲੰਬੀ ਲੜਾਈ ਹੈ, ਲੰਬੀ ਲੜਾਈ ਹੈ। ਅਸੀਂ ਲੜਾਂਗੇ, ਅਗਲੀ ਜਨਰੇਸ਼ਨ ਇਹਦਾ ਫਾਇਦਾ ਹੋਏਗਾ ਉਹਨੂੰ। ਤਾਂ ਸਕੂਲ ਐਜੂਕੇਸ਼ਨ ਠੀਕ ਪੂਰਾ ਰੀਵੈਂਪ, ਇਹਨੂੰ ਪੂਰਾ ਚੇਂਜ ਕਰਨਾ ਪਏਗਾ। ਉਹ ਮੈਂ ਆਪਣਾ ਕਰਿਕੂਲਮ ਬਣਾਇਆ ਜਿਹੜਾ ਮੈਂ ਬੱਚਿਆਂ ਨੂੰ ਪੜ੍ਹਾਉਂਦਾ ਸੀ। ਔਰ ਹੁਣ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਣ ਲੱਗਾ ਹੈਗਾ ਵਾਂ ਕਿ ਇਹ ਜਿਹੜੀ ਕਾਲਜ ਔਰ ਯੂਨੀਵਰਸਿਟੀ ਓਨੀ ਬੇਕਾਰ, ਕਾਲਜ ਦੇ ਵਿੱਚ ਓਨੀ ਤਾਂ ਹੀ ਨੌਕਰੀ ਨਹੀਂ ਮਿਲਦੀ ਕਿ ਲੋਕੀ ਹੱਥ ਦੇ ਵਿੱਚ ਡਿਗਰੀਆਂ, ਨੌਕਰੀ ਮਿਲ ਨਹੀਂ ਰਹੀ ਹੈਗੀ। ਕਈਆਂ ਨੇ ਆਪਣੇ ਜਿਹੜੇ ਬੇਰੁਜ਼ਗਾਰ ਹੁੰਦੇ ਹੈਗੇ ਆ, ਅਨਇੰਪਲਾਇਡ ਯੂਨੀਅਨਸ ਬਣਾ ਲਈਆਂ ਹੈਗੀਆਂ। ਉਹ ਜਿਸ ਵੇਲੇ ਇਕੱਠੇ ਹੋ ਕੇ ਨੌਕਰੀ ਮੰਗਣ ਜਾਂਦੇ ਹੈਗੇ ਆ, ਇੱਥੇ ਵੀਡੀਓ ਭਰੇ ਹੋਏ ਆ, ਇੰਟਰਨੈਟ ਵੀ ਭਰਿਆ ਹੋਇਆ ਕਿ ਜਿਹਦੇ ਕੋਲ MBA MCA ਜਿਹੜੀਆਂ ਅੱਛੀ ਡਿਗਰੀਜ਼ ਹੈਗੀਆਂ, PhD ਦੀ ਡਿਗਰੀਆਂ, ਉਹ ਚਪੜਾਸੀ ਦੀ ਨੌਕਰੀ ਕਰਨ ਨੂੰ ਵੀ ਤਿਆਰ ਹੈ। ਸਾਈਕਲ ਚਲਾ ਕੇ ਇਸ ਤਰ੍ਹਾਂ ਆਪਣਾ ਉਹ ਜਿਸ ਪੋਸਟਮੈਨ ਡਿਲੀਵਰੀ ਕਰਦਾ ਲੈਟਰਸ ਦੀ, ਉਹ ਵਾਲੀਆਂ ਨੌਕਰੀਆਂ ਕਰਨ ਵਾਸਤੇ ਵੀ ਤਿਆਰ ਹੈਗੇ। ਮੋਚੀ ਦੀ ਨੌਕਰੀ ਕਰਨ ਨੂੰ ਵਾਸਤੇ ਜਿਨ੍ਹਾਂ ਕੋਲ MA BA ਦੀ ਡਿਗਰੀਜ਼ ਹੈਗੀਆਂ, ਉਹ ਮੋਚੀ ਦੀ ਨੌਕਰੀ ਕਰਨ ਨੂੰ ਤਿਆਰ ਹੈਗੇ ਆ। ਤਾਂ ਉਹ ਡਿਗਰੀ ਦਾ ਕੋਈ ਫਾਇਦਾ ਨਹੀਂ ਹੈ। ਤਾਂ ਤੁਹਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬਈ ਯਾਰ ਕੋਲ ਤਾਂ ਦੇਖੋ ਜੀ ਡਿਗਰੀ ਹੈ, ਨੌਕਰੀ ਨਹੀਂ ਮਿਲ ਰਹੀ। ਉਹ ਨਹੀਂ ਮਿਲੇਗੀ, ਮੈਂ ਵੀ ਹੋਵਾਂਗਾ, ਮੈਂ ਵੀ ਨਹੀਂ ਦਿਆਂਗਾ, ਬਿਕੋਜ਼ ਦੇ ਡੂ ਨਾਟ ਹੈਵ ਕੰਟੈਂਪਰੇਰੀ ਸਕਿੱਲਸ। ਯਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਸਕਿੱਲਸ ਚਾਹੀਦੀਆਂ ਨੌਕਰੀ ਦੇ ਵਾਸਤੇ, ਉਹ ਉਹਨਾਂ ਕੋਲ ਹੈ ਹੀ ਨਹੀਂ ਹੈ। ਉਹ ਕੋਈ ਨਾ ਕਾਲਜ ਦੀ, ਨਾ ਸਕੂਲ ਦੀ, ਨਾ ਯੂਨੀਵਰਸਿਟੀ ਦੀ ਪੜ੍ਹਾਈ ਦੇ ਰਹੀ ਹੈ। ਇਸ ਲਈ ਜਿਹੜੇ ਥੋੜੇ ਬਹੁਤ ਲੱਗਦੇ ਵੀ ਆ, ਉਹ ਪੈਸੇ ਪੂਸੇ ਦੇ ਕੇ ਉਹ ਲੱਗਦੇ ਹੈਗੇ ਆ, ਉਹ ਨੌਕਰੀ ਨਹੀਂ ਹੈ। ਠੀਕ ਹੈ, ਉਹ ਤਾਂ ਗੁਲਾਮੀ ਹੈ। ਤਾਂ ਇਸ ਲਈ ਉਹ ਫਿਰ ਅੱਗੇ ਆਪਣੀ ਕਰਪਸ਼ਨ ਕਰਕੇ ਆਪਣਾ ਜਿਹੜਾ ਪੈਸਾ ਦਿੱਤਾ ਹੁੰਦਾ ਉਹ ਬਣਾਇਆ। ਤਾਂ ਦਿਸ ਰਟ ਵਿਲ ਕੰਟੀਨਿਊ ਇਫ ਵੀ ਡੂ ਨਾਟ ਚੇਂਜ ਦੀ ਸਕੂਲ ਐਜੂਕੇਸ਼ਨ ਸਿਸਟਮ, ਟੋਟਲ ਰੀਵੈਂਪ। ਇਹ ਸਾਰਿਆਂ ਦਾ ਉੱਤੇ ਵਿਸ਼ਵਾਸ ਕਰਨਾ ਬੰਦ ਕਰ ਦਿਓ ਜਿਹੜੇ ਕਹਿੰਦੇ ਕਿ ਸਕੂਲ ਦੀ ਐਜੂਕੇਸ਼ਨ ਬਹੁਤ ਚੰਗੀ ਹੈਗੀ ਹੈ। ਬਿਲਕੁਲ ਬੇਕਾਰ ਹੈ ਸਕੂਲ ਦੀ। ਅਗਰ ਸਿੱਧੀ ਜੀ ਗੱਲ ਹੈ, ਜੇਕਰ ਉਹ ਸਕੂਲ ਦੀ ਐਜੂਕੇਸ਼ਨ ਚੰਗੀ ਹੈ ਤਾਂ ਉਹ ਨੌਕਰੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ। ਔਰ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਹਾਂ ਕਿ ਸਕੂਲ ਦੀ ਐਜੂਕੇਸ਼ਨ ਹੀ ਬਸ 12 ਸਾਲ ਦੀ ਟੋਟਲ ਐਜੂਕੇਸ਼ਨ ਚਾਹੀਦੀ ਹੈ ਬੱਚੇ ਨੂੰ ਇੱਕ ਚੰਗੀ ਨੌਕਰੀ ਲੈਣ ਵਾਸਤੇ। ਕਿਸੇ ਕਾਲਜ ਦੇ ਵਿੱਚ, ਕਿਸੇ ਯੂਨੀਵਰਸਿਟੀ ਦੇ ਵਿੱਚ ਉਹਨੂੰ ਜਾਣ ਦੀ ਜ਼ਰੂਰਤ ਨਹੀਂ। ਸਿਰਫ 12 ਸਾਲ ਦੀ ਪ੍ਰੋਪਰ ਐਜੂਕੇਸ਼ਨ ਚਾਹੀਦੀ ਹੈਗੀ ਹੈ। ਜਿਸ ਤਰ੍ਹਾਂ ਤੁਸੀਂ 10+2 ਦੇਖਦੇ ਹੋ ਸਕੂਲ ਦੇ ਵਿੱਚ, ਦਿਸ ਇਜ਼ 12 years, so they do not need any education which is more than 12 years। ਸਿਰਫ 12 ਸਾਲ ਦੀ ਐਜੂਕੇਸ਼ਨ ਦੇ ਨਾਲ ਬੱਚਾ ਜਿਹੜਾ ਹੈਗਾ ਉਹ ਪ੍ਰੋਪਰ ਜੌਬ ਕਰਨ ਵਾਸਤੇ ਤਿਆਰ ਹੋ, ਜੌਬ ਜਾਂ ਆਪਣੀ ਲਾਈਵਲੀਹੁੱਡ, ਪ੍ਰੋਪਰ ਲਾਈਵਲੀਹੁੱਡ ਅਰਨ ਕਰਨ ਵਾਸਤੇ ਤਿਆਰ ਹੋ ਸਕਦਾ ਹੈ। ਤਾਂ ਜਿਸ ਵੇਲੇ ਹੈ ਉਹਨਾਂ ਦੀ ਇੰਪਲਾਇਮੈਂਟ ਠੀਕ, ਪੜ੍ਹਾਈ ਠੀਕ ਹੋਏਗੀ ਸਕੂਲ ਦੀ। ਕਾਲਜ ਦੇ ਵਿੱਚ ਮੈਂ ਜਾਣ ਨੂੰ ਕਹਿ ਹੀ ਨਹੀਂ ਰਿਹਾ। ਕਾਲਜ ਮੈंने ਆਪਣਾ ਕਰਿਕੂਲਮ ਬਣਾਇਆ ਹੋਇਆ, ਮੈਂ ਤੁਹਾਨੂੰ ਦੱਸਾਂ, ਉਹ ਅਲੱਗ ਵੀਡੀਓ ਦੇ ਵਿੱਚ ਦੱਸਾਂਗਾ। ਤੇ ਸਕੂਲ ਤੋਂ ਬਾਅਦ ਉਹਨਾਂ ਨੂੰ ਕਿਸੇ ਕਾਲਜ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਯਾਨੀ ਕਿ ਮੰਨ ਲਓ 5 ਸਾਲ ਦੀ ਏਜ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ, ਤਾਂ 5 + 12 17, 2 ਸਾਲ ਦਾ ਔਨ ਦਾ ਜੌਬ ਐਕਸਪੀਰੀਅੰਸ, 19 ਸਾਲ ਦੀ ਏਜ ਦੇ ਵਿੱਚ, ਮੈਕਸਿਮਮ 20 ਇਅਰਸ ਦੀ ਏਜ ਦੇ ਵਿੱਚ ਉਹ ਬੱਚਾ ਟੋਟਲ ਤਿਆਰ ਹੋਏਗਾ ਆਪਣੀ ਨੌਕਰੀ ਕਰਨ ਵਾਸਤੇ ਜਾਂ ਆਪਣੀ ਅੱਛੀ ਤਰ੍ਹਾਂ ਦੇ ਨਾਲ ਕਮਾਈ ਕਰਨ ਵਾਸਤੇ। 20 ਸਾਲ ਦੀ ਏਜ 'ਚ। ਉਹ ਮੈਂ ਤੁਹਾਨੂੰ ਆਪਣਾ ਵੀ ਐਗਜ਼ਾਮਪਲ, ਮੈਂ MSc ਕੀਤੀ ਹੋਈ ਹੈ ਪੰਜਾਬ ਯੂਨੀਵਰਸਿਟੀ ਤੋਂ। ਉਹ ਪੜ੍ਹਾਈ ਮੇਰੇ ਅੱਜ ਤੱਕ ਕਦੀ ਕੰਮ ਨਹੀਂ ਆਈ। ਮੈਂ ਬੜੀਆਂ ਚੰਗੀਆਂ ਨੌਕਰੀਆਂ ਵੀ ਕੀਤੀਆਂ ਹੈਗੀਆਂ, ਅਵਾਰਡ ਵੀ ਮਿਲੇ ਹੈਗੇ, ਪਰ ਮੈਨੂੰ ਉਹ ਪੜ੍ਹਾਈ ਅੱਜ ਤੱਕ ਕੰਮ ਨਹੀਂ ਆਈ ਹੈਗੀ ਮੇਰੇ। ਤੁਸੀਂ ਆ ਦੇਖੋ, ਕੰਪਿਊਟਰ ਦੀ ਜੌਬ ਵੀ ਅੱਛੀ ਕੀਤੀ ਹੈਗੀ ਹੈ, ਉਹ ਪੜ੍ਹਾਈ ਨਹੀਂ ਕੰਮ ਆਈ। ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਪੜ੍ਹਾਈ, ਮੈਂ ਤਾਂ ਆਪਣੀ ਮਿਹਨਤ ਬਹੁਤ ਅਲੱਗ ਤੋਂ ਕੀਤੀ ਤਾਂ ਜਾ ਕੇ ਉਹ, ਜੇਕਰ ਉਸੇ ਪੜ੍ਹਾਈ ਦੇ ਬੇਸ ਦੇ ਉੱਤੇ ਰਹਿੰਦਾ ਮੈਂ ਵੀ ਕਿਧਰੇ ਕਲਰਕ ਵਗੈਰਾ ਲੱਗਾ ਹੋਣਾ ਸੀ ਕਿਧਰੇ। ਤਾਂ ਉਹ ਪੜ੍ਹਾਈ ਦੀ ਕਿਧਰੇ ਵੀ ਜ਼ਰੂਰਤ ਨਹੀਂ ਹੈਗੀ ਜਿਹੜੀ ਸਾਨੂੰ ਸਕੂਲ, ਕਾਲਜ ਔਰ ਯੂਨੀਵਰਸਿਟੀ ਦੇ ਵਿੱਚ ਦੇ ਰਹੇ ਹੈਗੇ। ਉਹਨੂੰ ਬਿਲਕੁਲ ਸਟਾਪ, ਵੀ ਹੈਵ ਟੂ ਇਮੀਡੀਏਟਲੀ ਸਟਾਪ ਦੈਟ ਐਜੂਕੇਸ਼ਨ। ਨਵਾਂ ਸਿਸਟਮ ਲਾਉਣਾ ਪਏਗਾ। ਉਹਦੇ ਸਿਰਫ ਉਹਨੂੰ ਸਕੂਲ ਕਹਿ ਲਓ, ਕਾਲਜ ਕਹਿ ਲਓ, ਯੂਨੀਵਰਸਿਟੀ ਕਹਿ ਲਓ, 12 ਸਾਲ ਦੀ ਪੜ੍ਹਾਈ ਹੋਏਗੀ। ਠੀਕ ਹੈ, ਉਹਦੇ ਨਾਲ ਕੀ ਹੋਏਗਾ
ਜਿਸ ਵੇਲੇ ਉਹ ਆਪਣੀ ਪ੍ਰੋਪਰ ਇੱਥੇ ਲਾਈਵਲੀਹੁੱਡ ਅਰਨ ਕਰਨਗੇ, then they need not go to other countries for doing these low level jobs। ਦੂਸਰੇ ਕੰਟਰੀ ਦੇ ਵਿੱਚ ਫਿਰ ਉਹਨਾਂ ਨੂੰ ਛੋਟੀ ਮੋਟੀ ਨੌਕਰੀ ਕਰਨ ਵਾਸਤੇ ਨਹੀਂ ਜਾਣਾ ਪਏਗਾ। ਔਰ ਤੀਸਰੀ ਸਭ ਤੋਂ ਵੱਡਾ ਇਹਦਾ ਕੀ ਫਾਇਦਾ ਹੋਏਗਾ, ਜਿੰਨੀ ਡਰੱਗ ਐਡਿਕਸ਼ਨ ਹੈ ਉੱਥੇ ਉਹ ਘੱਟ ਹੋਏਗੀ। ਤਾਂ ਇਸ ਤਰ੍ਹਾਂ ਅਸੀਂ ਸਭ ਤੋਂ ਪਹਿਲੀ ਜਿਹੜੀ ਜ਼ਰੂਰਤ ਹੈਗੀ ਆ ਉਹ ਸਕੂਲ ਐਜੂਕੇਸ਼ਨ ਦੀ ਹੈਗੀ ਆ। ਉਹਦੇ ਵਾਸਤੇ ਇੱਕ ਸਭ ਤੋਂ ਪਹਿਲੇ ਪ੍ਰੋਟੋਟਾਈਪ ਇੱਕ ਸੈਟਅਪ ਕਰਨਾ ਪਏਗਾ। ਪ੍ਰੋਟੋਟਾਈਪ ਦਾ ਮਤਲਬ ਹੈਗਾ ਕਿ ਹਾਲੇ ਤੱਕ ਜ਼ਿਆਦਾਤਰ ਲੋਕਾਂ ਨੂੰ, ਮੈਂ ਇੱਥੇ ਵੀ ਬੜੇ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਸਮਝਾਇਆ ਥੱਕ ਗਿਆ। ਮੈਂ ਤਾਂ ਇੱਕ ਇਸ ਤਰ੍ਹਾਂ ਅਲੱਗ-ਅਲੱਗ ਦਿੱਲੀ ਦੇ ਵਿੱਚ ਜਾ ਕੇ ਨਾਟਕ ਵੀ ਕਰਦਾ ਸੀ, ਬੱਚਿਆਂ ਦੇ ਨਾਲ ਲੈ ਕੇ ਪੈਂਫਲੇਟ ਬਣਦਾ ਸੀ, ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਚੀਜ਼ ਉਹਨਾਂ ਨੂੰ ਮੈਂ ਸਮਝਾਣੀ, ਉਹ ਤਾਂ ਇਹ ਤਾਂ ਦੇਖੋ ਸਕੂਲ ਦੇ ਬੱਚੇ ਵੀ, ਟੀਚਰਸ ਵੀ, ਬੱਚਿਆਂ ਦੇ ਪੇਰੈਂਟਸ ਵੀ ਸਾਰੇ ਮੰਨਦੇ ਹੈਗੇ ਹੈ ਕਿ ਪੜ੍ਹਾਈ ਦਾ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈਗਾ, ਬਟ ਦੇ ਡੋਂਟ ਵਾਂਟ ਟੂ ਚੇਂਜ ਦਿਸ ਸਿਸਟਮ। ਉਹ ਉਹੀ ਜਿਸ ਤਰ੍ਹਾਂ ਭੇਡ ਚਾਲ ਦੇ ਵਿੱਚ ਆਪਣੇ ਬੱਚਿਆਂ ਨੂੰ ਹਰ ਸਵੇਰੇ ਉੱਥੇ ਸਕੂਲ ਦੇ ਵਿੱਚ, ਉਸੇ ਸਕੂਲ ਦੇ ਵਿੱਚ ਭੇਜੀ ਜਾ ਰਹੇ, ਭੇਜੀ ਜਾ ਰਹੇ, ਭੇਜੀ ਜਾ ਰਹੇ, ਭੇਜੀ ਜਾ ਰਹੇ। 12 ਸਾਲ ਦੇ ਬਾਅਦ ਉਹ ਬੱਚਾ ਸੜਕ ਦੇ ਉੱਤੇ ਆ ਜਾਂਦਾ ਹੈਗਾ, ਉਹਦੇ ਕੋਲ ਕੁਝ ਵੀ ਨਹੀਂ ਹੈਗਾ, ਨਾ ਕਾਲਜ ਦੇ ਵਿੱਚ ਐਡਮਿਸ਼ਨ ਮਿਲਦੀ ਹੈਗੀ, ਨਾ ਕੋਈ ਜੌਬ ਲੱਗ ਸਕਦੀ। ਸੜਕਾਂ ਦੇ ਉੱਤੇ ਘੁੰਮ ਕੇ ਜਾਂ ਤਾਂ ਡਰੱਗਸ ਲੈਣੀਆਂ ਸ਼ੁਰੂ, ਜਾਂ ਫਿਰ ਕੋਈ ਛੋਟੇ ਮੋਟੇ ਹੋਰ ਕ੍ਰਾਈਮਸ ਕਰਨੇ ਸ਼ੁਰੂ ਕਰ ਦਿੰਦੇ ਹੈਗੇ। ਪਰ ਉਹਨੂੰ ਸਿਸਟਮ ਨੂੰ ਚੇਂਜ ਕਰਨ ਦੀ ਤਾਂ ਉਹ ਕਹਿੰਦੇ ਹੈਗੇ ਹੈ ਕਿ ਡਿਗਰੀ ਤਾਂ ਚਾਹੀਦੀ ਹੈ ਜੀ, ਡਿਗਰੀ ਵਾਲਿਆਂ ਨੂੰ ਤਾਂ ਨੌਕਰੀ ਨਹੀਂ ਮਿਲ ਰਹੀ, ਤਾਂ ਡਿਗਰੀ ਲੈ ਕੇ ਤੁਸੀਂ ਦੀਵਾਰ ਤੇ ਚਪਕਾਣੀ ਹੈ। ਤਾਂ ਡਿਗਰੀ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ। ਜਿਹੜੇ ਪ੍ਰਾਈਵੇਟ ਅੱਛੀ ਕੰਪਨੀਆਂ ਹੈਗੀਆਂ ਹੈ, ਉੱਥੇ ਉਹ ਕਹਿੰਦੇ ਕਿ ਸਾਨੂੰ ਬੰਦੇ ਨਹੀਂ ਮਿਲ ਰਹੇ ਪ੍ਰੋਪਰ, ਤੁਸੀਂ ਡਿਗਰੀ, ਮੈਂ ਕਈਆਂ ਦੇ ਨਾਲ, ਮੈਂ ਜਿਹੜੇ ਇੰਡਸਟਰੀ ਐਸੋਸੀਏਸ਼ਨ ਹੈਗੀਆਂ, ਮੈਂ ਖੁਦ ਵੀ ਇੰਡਸਟਰੀ ਦੇ ਵਿੱਚ ਜਾਂਦਾ ਸੀ ਜਿਸ ਵੇਲੇ ਉਹਨਾਂ ਨੂੰ ਟ੍ਰੇਨਿੰਗ ਦੇਣ ਜਾਂਦਾ ਸੀ ਟੈਕਨੋਲੋਜੀ ਦੀ। ਉਹ ਕਹਿੰਦੇ ਸਾਨੂੰ ਕਿਸੇ ਪੜ੍ਹਾਈ ਦੀ ਜ਼ਰੂਰਤ ਨਹੀਂ, ਸਾਨੂੰ ਕੰਮ ਕਰਨ ਵਾਲੇ ਬੰਦੇ ਚਾਹੀਦੇ ਹੈ, ਕਿਸੇ ਡਿਗਰੀ ਦੀ ਜ਼ਰੂਰਤ ਕਿਸੇ ਨੂੰ ਨਹੀਂ ਹੈਗੀ, ਕੰਮ ਕਰਨ ਵਾਲੇ ਬੰਦੇ ਚਾਹੀਦੇ ਹੈ। ਤੇ ਇਹ ਜਿਹੜੀ 12 ਸਾਲ ਦੀ ਐਜੂਕੇਸ਼ਨ ਹੈ, ਉਸ ਤੋਂ ਬਾਅਦ 2 ਸਾਲ ਦਾ ਔਨ ਦਾ ਜੌਬ ਐਕਸਪੀਰੀਅੰਸ, ਇਸ ਤੋਂ ਬਾਅਦ ਉਹ ਬੱਚਾ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਜਾਏਗਾ। ਔਰ ਇਹਦੇ ਵਿੱਚ ਕੋਈ ਫਿਕਸ ਸਿਲੇਬਸ ਨਹੀਂ ਹੈ। ਇਹ ਜਿਹੜਾ ਇੰਡੀਆ ਦੇ ਵਿੱਚ ਸਿਲੇਬਸ ਪੜ੍ਹਾ ਰਹੇ ਹੈਗੇ, ਉਹ ਕਰੀਬ 40-50 ਸਾਲ ਪਹਿਲਾਂ ਬਣਿਆ ਸੀ। ਉਹ ਤਾਂ ਸਭ ਕੁਝ ਚੇਂਜ ਹੋ ਗਿਆ। ਲੋਕੀ ਹੁਣ ਮਾਰਸ, ਮੂਨ ਔਰ ਜੁਪੀਟਰ ਦੇ ਉੱਤੇ ਜਾ ਕੇ ਰਹਿਣ ਦੀ ਗੱਲ ਹੈ, ਹਾਲੇ ਵੀ ਉਹ ਪੁਰਾਣਾ ਪੜ੍ਹਾਈ ਜਾ ਰਹੇ ਹੈਗੇ ਇੱਥੇ, ਤਾਂ ਉਹਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ। ਤਾਂ ਮੈਂ ਜਿਹੜਾ ਪੜ੍ਹਾਵਾ, ਜਿਹੜਾ ਮੈਂ ਸਕੂਲ ਦੀ ਐਜੂਕੇਸ਼ਨ ਕਹਿ ਰਿਹਾ, ਉਹਦੇ ਵਿੱਚ ਜੇਕਰ ਕੱਲ ਨੂੰ ਮਾਰਕੀਟ ਦੇ ਡਿਮਾਂਡ ਅਲੱਗ ਹੋ ਜਾਂਦੀ ਹੈ, ਮੇਰੀ ਪੜ੍ਹਾਈ ਚੇਂਜ ਹੋ ਜਾਏਗੀ। ਮੈਂ ਉਸ ਹਿਸਾਬ ਨਾਲ ਪੜ੍ਹਾਉਣਾ ਸ਼ੁਰੂ ਕਰ ਦਾਂਗਾ, ਜਿਸ ਚੀਜ਼ ਦੀ ਡਿਮਾਂਡ ਹੈ। ਡਿਮਾਂਡ ਦੇ ਹਿਸਾਬ ਦੇ ਨਾਲ ਬੱਚਿਆਂ ਦੀ ਪੜ੍ਹਾਈ, ਤਾਂ ਹੀ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ। ਤਾਂ ਕੋਈ ਅਨਪੜ੍ਹ ਬੰਦਾ ਵੀ ਸਮਝ ਸਕਦਾ ਹੈਗਾ, ਜਿਸ ਚੀਜ਼ ਦੀ ਡਿਮਾਂਡ ਨਹੀਂ ਉਹਦੀ ਸਪਲਾਈ ਕਿਉਂ ਦੇਈ ਜਾ ਰਹੇ ਹੋ, ਉਹ ਤਾਂ ਕਿਧਰੇ ਕੰਜ਼ਿਊਮ ਨਹੀਂ ਹੋਏਗੀ ਉਹ ਸਪਲਾਈ ਤਾਂ ਇਸ ਲਈ ਇਹ ਐਜੂਕੇਸ਼ਨ, ਇਸੇ ਤਰ੍ਹਾਂ ਦੇ ਨਾਲ ਹੋਰ ਜਿੰਨੇ ਫਾਰਮਿੰਗ ਦਾ ਇਸ਼ੂ ਹੈਗਾ, ਜਾਂ ਉੱਥੇ ਇਨਫਰਾਸਟ੍ਰਕਚਰ ਦਾ ਇਸ਼ੂ ਹੈਗਾ ਕਿ ਸੜਕਾਂ ਵਗੈਰਾ ਜਾਂ ਪਾਣੀ ਜਾਂ ਹੋਰ ਜਿੰਨੇ ਇਸ਼ੂਜ਼ ਹੈਗੇ, ਯਾਨੀ ਕਿ ਇੱਕ ਜ਼ਹਿਰੀਲੇ ਪਾਣੀ ਦਾ ਵੀ ਇਸ਼ੂ ਹੈਗਾ, ਉੱਥੇ ਪਾਣੀ ਵੀ ਜ਼ਹਿਰੀਲਾ ਆਉਂਦਾ ਹੈਗਾ, ਪੋਲਿਊਸ਼ਨ ਬਹੁਤ ਜ਼ਿਆਦਾ ਹੈ। ਇਹ ਸਾਰੇ ਜਿੰਨੇ ਇਸ਼ੂਜ਼ ਹੈ, ਆਪਣਾ ਅਸੀਂ ਇਹਦਾ ਸੋਲੂਸ਼ਨ ਲਿਖ ਕੇ ਉਹਨੂੰ ਡਾਕੂਮੈਂਟੇਸ਼ਨ ਕਰਨੀ ਹੈ। ਦਿਸ ਇਜ਼ ਦਾ ਨੈਕਸਟ ਸਟੈਪ। ਹੁਣ ਜਿਹੜਾ ਥਰਡ ਸਟੈਪ ਹੈਗਾ, ਉਹਦੇ ਵਿੱਚ ਮੈਂ ਕਹਿ ਰਿਹਾ ਹੈਗਾ ਹਾਂ ਕਿ ਇੱਕ ਪਲੇਟਫਾਰਮ ਬਣਾਉਣਾ। ਆਪਣੇ ਇੰਡੀਆ ਦੇ ਵਿੱਚ ਤੁਸੀਂ ਸੁਣਿਆ ਹੋਏਗਾ, ਇਹਨੂੰ ਇਲੈਕਸ਼ਨ ਤੋਂ ਪਹਿਲੇ ਉਹ ਜਿਹੜਾ ਰਿਲੀਜ਼ ਕਰਦੇ ਆ ਮੈਨੀਫੈਸਟੋ ਝੂਠਾ, ਯਾਨੀ ਕਿ ਹਰ ਕੋਈ ਪਾਰਟੀ ਝੂਠਾ ਮੈਨੀਫੈਸਟੋ, ਅਗਰ ਝੂਠਾ ਨਾ ਬਣਾਉਣ ਤਾਂ ਕੋਈ ਵੋਟ ਹੀ ਨਹੀਂ ਪਾਏਗਾ ਉਹਨਾਂ ਨੂੰ, ਠੀਕ ਹੈ। ਲੋਕੀ ਮੂਰਖ ਹੈ, ਉਹ ਝੂਠਾ ਮੈਨੀਫੈਸਟੋ ਉਹਨਾਂ ਦਾ ਪੜ੍ਹ ਕੇ ਜਾਂ ਸੁਣ ਕੇ ਉਹ ਹਿਸਾਬ ਨਾਲ ਉਹਨੂੰ ਵੋਟ ਪਾਉਂਦੇ, ਬਾਕੀ ਫਿਰ 5 ਸਾਲ ਰੋਂਦੇ ਰਹਿੰਦੇ ਹੈਗੇ, ਜਾਂ ਧਰਨੇ ਲਗਾਉਂਦੇ ਰਹਿੰਦੇ ਹੈ, ਐਜੀਟੇਸ਼ਨ ਕਰਦੇ ਰਹਿੰਦੇ ਹੈ, ਕਿਉਂਕਿ ਉਹ ਪੂਰਾ ਤਾਂ ਹੋ ਹੀ ਨਹੀਂ ਸਕਦਾ ਹੈਗਾ। ਜੇਕਰ ਕਿਸੇ ਨੇ ਕਹਿਤਾ ਕਿ ਸਭ ਘਰ ਘਰ ਨੌਕਰੀ ਦਿਆਂਗਾ, ਘਰ ਘਰ ਨੌਕਰੀ ਕਿਸ ਤਰ੍ਹਾਂ, ਜੇ ਸਕਿੱਲਸ ਹੀ ਨਹੀਂ ਹੈਗੀਆਂ, ਕੋਈ ਪ੍ਰਾਈਵੇਟ ਉਹਨਾਂ ਨੂੰ ਹੱਥ ਆਪਣੇ ਗੇਟ ਦੇ ਅੰਦਰ ਨਹੀਂ ਵੜਨ ਦੇਗਾ ਆਪਣੀ ਪੜ੍ਹਾਈ ਦੇ ਜਿਹੜੀ ਉੱਥੇ ਕਰਵਾਉਂਦੇ ਹੈਗੇ। ਗੌਰਮੈਂਟ ਦੇ ਵਿੱਚ ਨੌਕਰੀਆਂ ਹੈ ਨਹੀਂ, ਗੌਰਮੈਂਟ ਤਾਂ ਵੈਸੇ ਹੀ ਲੁੱਟ ਕੇ ਖਾਣਾ ਚਾਹੁੰਦੀ, ਉਹ ਕਿਸੇ ਨੂੰ ਕਿਉਂ ਨੌਕਰੀ ਦੇਗੀ। ਜਿਹੜਾ ਪੈਸਾ ਉਹਨਾਂ ਨੇ ਨੌਕਰੀ ਦੇ ਵਿੱਚ ਕਿਸੇ ਨੂੰ ਦੇਣਾ ਹੈ, ਉਹ ਖੁਦ ਕਰਪਸ਼ਨ ਦੇ ਨਾਲ ਆਪਣਾ ਇੱਕ ਨਵੀਂ ਕਾਰ ਲੈਣਗੇ ਜਾਂ ਘਰ ਬਣਾਉਣਗੇ, ਬਣਾ ਰਹੇ ਹੈ ਵੱਡੀਆਂ ਵੱਡੀਆਂ ਕਾਰਾਂ ਜਿਹਦੀ ਜ਼ਰੂਰਤ ਵੀ ਨਹੀਂ ਹੈਗੀ, ਤਾਂ ਉਹ ਨੌਕਰੀ ਨਹੀਂ। ਤਾਂ ਉਹ ਮੈਨੀਫੈਸਟੋ ਜਿਹਨੂੰ ਤੁਸੀਂ ਸੁਣਿਆ ਹੋਏਗਾ, ਉਹਨੂੰ ਜਿਹੜੇ ਐਡਵਾਂਸ ਕੰਟਰੀਜ਼ ਆ ਉੱਥੇ ਉਹਨੂੰ ਪਲੇਟਫਾਰਮ ਕਹਿੰਦੇ ਹੈਗੇ। ਪਲੇਟਫਾਰਮ ਦਾ ਮਤਲਬ ਹੈਗਾ ਕਿ ਜਿੰਨੇ ਤੁਸੀਂ ਐਜ਼ ਏ ਗਰੁੱਪ, ਜਿਸ ਤਰ੍ਹਾਂ ਤੁਹਾਡੀ ਮੰਨ ਲਓ ਇੱਕ ਗ੍ਰੀਨ ਗਰੁੱਪ ਬਣਿਆ ਹੈਗਾ, ਇਹ ਤੁਸੀਂ
ਇਹ ਵਾਲੇ ਇਸ਼ੂਜ਼ ਹੈਗੇ, ਇਹ ਵਾਲੀਆਂ ਇੱਥੇ ਪ੍ਰੋਬਲਮਸ ਹੈਗੀਆਂ ਸਟੇਟ ਦੇ ਵਿੱਚ, ਇਹਨੂੰ ਤੁਸੀਂ ਸੋਲਵ ਕਰਨ ਵਾਸਤੇ ਇਹ ਕਰਨਾ ਹੈ। ਉਹ ਸਾਰੀ ਚੀਜ਼ ਪਲੇਟਫਾਰਮ ਦੇ ਉੱਤੇ ਆਏਗੀ। ਉਹ ਪਲੇਟਫਾਰਮ ਕੋਈ ਫਿਕਸ ਨਹੀਂ ਹੈ। ਮੈਨੀਫੈਸਟੋ ਤਾਂ ਇੱਕ ਵਾਰੀ ਛਪ ਗਿਆ, ਉਹ ਪੱਕਾ ਹੋ ਗਿਆ, ਝੂਠਾ। ਪਲੇਟਫਾਰਮ ਦੇ ਵਿੱਚ ਕੱਲ ਨੂੰ ਤੁਹਾਨੂੰ ਕੁਝ ਐਵੋਲੂਸ਼ਨ ਹੁੰਦੀ ਹੈ, ਕੋਈ ਚੇਂਜ ਆਉਂਦੀ ਹੈਗੀ ਹੈ, ਯੂ ਕੈਨ ਚੇਂਜ ਯੋਰ ਪਲੇਟਫਾਰਮ। ਠੀਕ ਹੈ, ਉਹ ਤਾਂ ਵੈਬਸਾਈਟ ਹੈ ਇੱਕ, ਵੈਬਸਾਈਟ ਦੇ ਉੱਤੇ, ਪਲੇਟਫਾਰਮ ਦੇ ਉੱਤੇ ਤੁਸੀਂ ਆਪਣਾ ਸੋਲੂਸ਼ਨ ਜਿਹੜਾ ਹੈਗਾ ਉਹਨੂੰ ਚੇਂਜ ਕਰ ਸਕਦੇ। ਇਟ ਵਿਲ ਕੀਪ ਇਵੋਲਵਿੰਗ, ਮਤਲਬ ਕਿ ਇਹ ਬਦਲਦਾ ਰਹੇਗਾ। ਤੁਹਾਨੂੰ ਆਪਣਾ ਜਿਉਂ-ਜਿਉਂ ਪ੍ਰੋਬਲਮ ਕੋਈ ਨਵੀਂ ਆਉਂਦੀ ਹੈ ਉਹਦਾ ਸੋਲੂਸ਼ਨ ਦੇਣਾ ਪਏਗਾ ਪਲੇਟਫਾਰਮ ਦੇ ਉੱਤੇ। ਜਿਹੜੇ ਐਗਜ਼ਿਸਟਿੰਗ ਹੈ ਉਹਦੇ ਵਿੱਚ ਕੋਈ ਚੇਂਜ ਆਉਂਦੀ ਹੈ ਤਾਂ ਉਹਨੂੰ ਤੁਹਾਨੂੰ ਚੇਂਜ ਕਰਨਾ, ਮੋਡੀਫਾਈ ਕਰਨਾ ਪਏਗਾ। ਤੇ ਇਹ ਦਿਸ ਇਜ਼ ਕਾਲਡ ਪਲੇਟਫਾਰਮ ਬਣਾਉਣਾ ਹੈਗਾ। ਸਭ ਤੋਂ ਜ਼ਰੂਰੀ ਜਿਹੜਾ ਨੈਕਸਟ ਸਟੈਪ ਹੈਗਾ ਉਹ ਹੈਗਾ ਪਲੇਟਫਾਰਮ ਬਣਾਉਣਾ। ਤਾਂ ਇਹ ਪਲੇਟਫਾਰਮ ਬਣਾ ਕੇ ਹੁਣ ਤੁਹਾਡੇ ਕੀ ਹੋ ਗਿਆ, ਮੈਂਬਰਸ਼ਿਪ ਹੋ ਗਿਆ, ਇਸ਼ੂਜ਼ ਔਰ ਰੈਮੇਡੀਜ਼ ਹੋ ਗਈਆਂ, ਯਾਨੀ ਕਿ ਸੋਲੂਸ਼ਨਸ ਹੋ ਗਿਆ। ਤੀਸਰੀ ਜਿਹੜੀ ਚੀਜ਼ ਹੋ ਗਈ, ਇੱਕ ਮੈਂ ਐਗਜ਼ਾਮਪਲ ਦਿੱਤਾ ਸਕੂਲ ਦਾ, ਕਿਉਂਕਿ ਸਕੂਲਸ ਦੇ ਨਾਲ ਮੈਂ ਬਹੁਤ ਜ਼ਿਆਦਾ ਕੰਮ ਕੀਤਾ, ਇਸ ਲਈ ਮੈਨੂੰ ਸਕੂਲਸ ਦੀ ਪੂਰੀ ਨੌਲੇਜ ਹੈਗੀ ਹੈ ਕਿ 12 ਸਾਲ ਦੀ ਪੜ੍ਹਾਈ, ਇਹ ਵਾਲਾ ਕਰਿਕੂਲਮ ਯਾਨੀ ਕਿ ਸਿਲੇਬਸ, ਇਸ ਤੋਂ ਬਾਅਦ ਇਹ ਹੋਏਗਾ। ਇਹ ਬਿਲਕੁਲ ਮੈਨੂੰ ਕਲੀਅਰ ਹੈ। ਇਹ ਅਸੀਂ ਪਲੇਟਫਾਰਮ ਦੇ ਜੇਕਰ ਉਹਨੂੰ ਸ਼ੁਰੂ ਕਰ ਸਕਦੇ ਹਾਂ ਤਾਂ ਸ਼ੁਰੂ ਵੀ ਕਰ ਸਕਦੇ ਹੈਗੇ ਕਿ ਬੱਚਿਆਂ ਵਾਸਤੇ, ਯਾਨੀ ਕਿ ਇੱਕ ਪ੍ਰੋਟੋਟਾਈਪ, ਇੱਕ ਮੇਰਾ ਇੱਥੇ ਉਹ ਇੱਕ ਪ੍ਰਪੋਜ਼ਲ ਪਈ ਵੀ ਹੋਈ ਹੈ, ਯਾਨੀ ਕਿ ਇੱਕ ਬਿਲਡਿੰਗ ਲੈ ਕੇ, ਪੇੜ ਥੱਲੇ ਵੀ ਹੋ ਸਕਦਾ, ਕੋਈ ਬਿਲਡਿੰਗ ਦੀ ਵੀ ਕੋਈ ਜ਼ਰੂਰਤ ਨਹੀਂ ਜਾ, ਪੇੜ ਥੱਲੇ ਵੀ ਉਹ ਲਗਾ ਕੇ, ਤਾਂ ਉਹ ਉਸ ਕਰਿਕੂਲਮ ਦੇ ਹਿਸਾਬ ਨਾਲ ਪਹਿਲੇ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ ਕਿ ਇਹਦੇ ਵਿੱਚ ਕਰਿਕੂਲਮ ਯਾਨੀ ਕਿ ਸਿਲੇਬਸ ਦੇ ਵਿੱਚ ਹੋਏਗਾ, ਇਸ ਤਰ੍ਹਾਂ ਦੇ ਨਾਲ ਬੱਚੇ ਐਬਜ਼ੌਰਬ ਹੋਣਗੇ, ਯਾਨੀ ਕਿ ਉਹਨਾਂ ਦਾ ਕੰਮ, ਨੌਕਰੀ ਲੱਗੇਗੀ ਜਾਂ ਐਬਜ਼ੌਰਬ, ਆਪਣਾ ਲਾਈਵਲੀਹੁੱਡ ਕਮਾਉਣਗੇ। ਤਾਂ ਉਹ ਅਸੀਂ ਇਮੀਡੀਏਟਲੀ ਵੀ ਸ਼ੁਰੂ ਕਰ, ਇੱਕ ਪੇੜ ਦੇ ਥੱਲੇ ਵੀ ਸ਼ੁਰੂ ਕਰ ਲਿਆ ਸੀ। ਕੋਈ ਬਿਲਡਿੰਗ ਹੋਏ ਤਾਂ ਜ਼ਿਆਦਾ ਚੰਗੀ ਗੱਲ ਹੈ ਜਿੱਥੇ 100-200 ਬੱਚੇ ਆ ਸਕਣ। ਉਹ ਇਮੀਡੀਏਟਲੀ ਕਲਾਸਿਸ, ਹਾਲੇ ਉਹਨੂੰ ਕੋਈ ਹੋਰ ਪੜ੍ਹਾ ਨਹੀਂ ਸਕੇਗਾ, ਤਾਂ ਉਹਦੇ ਵਿੱਚ 8-10 ਜਿਹੜੇ ਇੰਟੈਲੀਜੈਂਟ ਕੋਈ ਸਟੂਡੈਂਟਸ ਲੋਕਲ ਹੋਣਗੇ, ਉਹਨਾਂ ਨੂੰ ਵੀ ਨਾਲ ਹੀ ਟ੍ਰੇਨਿੰਗ ਦਿੱਤੀ ਜਾਏਗੀ, ਤਾਂ ਕਿ ਇਹੋ ਜਿਹੇ ਸਕੂਲਾਂ ਨੂੰ ਉਹ ਹੋਰ ਜਗ੍ਹਾ ਦੇ ਉੱਤੇ ਵੀ ਪੰਜਾਬ ਦੇ ਵਿੱਚ ਰੈਪਲੀਕੇਟ ਕਰ ਸਕਣ। ਯਾਨੀ ਕਿ ਇਹੋ ਜਿਹੇ ਹੋਰ, ਮੈਂ ਤਾਂ ਇੱਕ ਜਗ੍ਹਾ ਸੇ ਹੀ ਪੜ੍ਹਾ ਸਕਾਂਗਾ ਨਾ, ਤਾਂ ਉਹ ਉਹਨੂੰ ਇਮੀਡੀਏਟਲੀ ਰੈਪਲੀਕੇਟ ਅਲੱਗ-ਅਲੱਗ ਤੋਂ ਇੱਕ ਬਿਲਡਿੰਗ ਹੋਏ ਜਿਹਦੇ ਵਿੱਚ 100-200 ਬੱਚੇ ਬੈਠ ਸਕਣ, ਔਰ ਉੱਥੇ ਬਾਕੀ ਇਨਫਰਾਸਟ੍ਰਕਚਰ, ਬੈਂਚ ਵਗੈਰਾ ਹੋਣ। ਤਾਂ ਅਗਰ ਇਹ ਨਹੀਂ ਵੀ ਹੋਏਗਾ ਤਾਂ ਪੇੜ ਥੱਲੇ ਵੀ ਕਰ ਸਕਦੇ ਹਾਂ। ਤਾਂ ਇਹ ਸਕੂਲ ਦਾ ਹੋ ਗਿਆ। ਤੀਸਰੀ ਜਿਹੜੀ ਚੀਜ਼ ਹੈਗੀ ਹੈ ਪਲੇਟਫਾਰਮ। ਹੁਣ ਮੈਂ ਆਉਣ ਲੱਗਾ ਹੈਗਾ ਵਾਂ ਪਲੇਟਫਾਰਮ, ਤੁਸੀਂ ਸਮਝ ਗਏ ਹੋਗੇ ਕਿ ਤੁਹਾਡੇ ਜਿਹੜੇ ਵੀ ਆਬਜੈਕਟਿਵਸ ਹੈਗੇ ਆ, ਕਿਸੇ ਅੱਛੇ ਬੋਲਣ ਵਾਲੇ ਦੀ ਸਪੀਚ ਹੈਗੀ ਹੈ ਉਹ ਵੀ ਉਹਦੇ ਤੇ ਆ ਸਕਦੀ ਹੈਗੀ ਹੈ, ਉਹਦਾ ਟ੍ਰਾਂਸਕ੍ਰਿਪਟ ਵੀ ਹੋਣੀ ਚਾਹੀਦੀ ਹੈ। ਇਹ ਯਾਦ ਰੱਖੋ, ਟੈਕਸਟ ਫਾਰਮ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਡਾਕੂਮੈਂਟੇਸ਼ਨ ਤਾਂ ਉਹ ਵੀ ਉਹਦੇ ਤੇ ਆ ਸਕਦੀ ਹੈਗੀ ਹੈ। ਤੁਹਾਡਾ ਕੋਈ ਸਲੋਗਨ ਹੈਗਾ ਉਹ ਵੀ ਆ ਸਕਦਾ ਹੈ। ਕਿਧਰੇ ਕੋਈ ਇਵੈਂਟ ਹੋਣਾ ਹੈ, ਕੋਈ ਤੁਸੀਂ ਰੈਲੀ ਕਰਨੀ ਹੈ, ਉਹਦੀ ਡਿਟੇਲ ਵੀ ਉੱਥੇ ਆ ਸਕਦੀ ਹੈਗੀ ਹੈ। ਸਭ ਕੁਝ, ਐਵਰੀਥਿੰਗ ਵਿਲ ਬੀ ਕੰਸੋਲੀਡੇਟਿਡ ਔਨ ਅ ਸਿੰਗਲ ਪਲੇਟਫਾਰਮ। ਇਹਨੂੰ ਅਸੀਂ ਪਲੇਟਫਾਰਮ ਕਰਨੇ ਹੈ। ਠੀਕ ਹੈ, ਇਹਦੇ ਉੱਤੇ ਹੋਣਗੇ। ਤੇ ਤੁਹਾਡੇ ਜਿਹੜੇ ਐਜ਼ ਗਰੁੱਪ ਆਬਜੈਕਟਿਵਸ ਹੈਗੇ ਉਹ ਵੀ ਸਾਰੇ ਇਹਦੇ ਉੱਤੇ ਹੋਣਗੇ ਕਿ ਤੁਸੀਂ ਕੀ ਅਚੀਵ ਕੀ ਕਰਨਾ ਚਾਹੁੰਦੇ ਹੋ। ਤਾਂ ਇਹ ਕਰਨ ਤੋਂ ਬਾਅਦ ਹੁਣ ਮੈਂ ਆ ਰਿਹਾ ਹੈਗਾ ਹਾਂ ਨੈਕਸਟ ਸਟੈਪ ਦੇ ਉੱਤੇ, ਉਹ ਹੈਗਾ ਥੋੜਾ ਜਿਹਾ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਇੱਕ ਪੈਰੀਫੇਰੀ ਦੇ ਉੱਤੇ ਰਵਾਂਗੇ, ਯਾਨੀ ਕਿ ਬਾਹਰੋਂ ਦੀ ਲੜਾਈ ਕਰਦੇ ਰਵਾਂਗੇ, ਵੈਸੇ ਤਾਂ ਉਹ ਇਫੈਕਟਿਵ ਹੁੰਦੀ ਹੈਗੀ ਹੈ, ਪਰ ਜੇਕਰ ਅਸੀਂ ਇਹਨੂੰ ਇੱਕ ਪੋਲੀਟੀਕਲ ਫਲੇਵਰ ਵੀ ਦੇਵਾਂਗੇ ਤਾਂ ਉਹਦੇ ਨਾਲ ਇਹਦਾ ਜਿਹੜਾ ਹੈਗਾ ਹੋਰ ਵੀ ਇਫੈਕਟ ਜ਼ਿਆਦਾ ਆਏਗਾ। ਤੇ ਉਹਦੇ ਵਿੱਚ ਕੀ ਹੈਗਾ ਕਿ ਪੋਲਿਟਿਕਸ ਦੇ ਵਿੱਚ ਇਹ ਜਿਹੜਾ ਗਰੁੱਪ, ਗ੍ਰੀਨ ਗਰੁੱਪ ਮੰਨ ਲਓ, ਫॉर द टाइम बिंग, फॉर द डिस्कशन सेक यू कैन से दैट दिस इज ग्रीन ग्रुप। ਤਾਂ ਅਸੀਂ ਜਿਹੜਾ ਗ੍ਰੀਨ ਗਰੁੱਪ ਹੈਗਾ ਇਹਦੇ ਵਿੱਚੋਂ ਹੀ ਕੁਝ ਬੰਦੇ ਚੁਣ ਕੇ ਉਹ ਜਾਂ ਤਾਂ ਐਕਸਕਲੂਸਿਵਲੀ ਜਾਂ ਫਿਰ ਉਹ ਕੋਈ ਇਲੈਕਸ਼ਨ ਦੇ ਵਿੱਚ ਐਕਸਕਲੂਸਿਵ ਦਾ ਮਤਲਬ ਕਿ ਪੂਰੀ ਦੀ ਪੂਰੀ ਸੀਟਾਂ ਦੇ ਉੱਤੇ ਖੁਦ ਹੀ ਲੜੇਗਾ। ਉਹ ਹਾਲੇ ਬਹੁਤ ਮੁਸ਼ਕਿਲ ਹੈ। ਸਾਨੂੰ ਪਹਿਲੇ ਬਹੁਤ ਕੁਝ ਡੈਮੋਸਟ੍ਰੇਟ ਕਰਨਾ ਪਏਗਾ। ਪੋਲੀਟੀਕਲ ਆਬਜੈਕਟਿਵ ਇਹਦਾ ਇਮੀਡੀਏਟਲੀ ਬਿਲਕੁਲ ਵੀ ਨਹੀਂ ਹੈਗਾ। ਤੁਸੀਂ ਇਹ ਸੋਚੋ ਕਿ 2-4 ਸਾਡੇ ਐਮਐਲਏ ਬਣ ਜਾਣਗੇ, ਉਹ ਬਿਲਕੁਲ ਵੀ ਆਬਜੈਕਟਿਵ ਨਹੀਂ ਹੈਗਾ। ਉਹ ਨਾ ਹੀ ਅਸੀਂ ਕਰਨਾ, ਪਹਿਲੇ ਅਸੀਂ ਡੈਮੋਸਟ੍ਰੇਟ ਕਰਨਾ ਹੈ। ਸਭ ਕੁਝ ਅਸੀਂ ਡੈਮੋਸਟ੍ਰੇਟ ਕਰਨਾ ਹੈ ਕਿ ਵੀ ਕੈਨ ਡੂ ਔਨ ਆਰ ਓਨ, ਥੀਸ ਆਰ ਦ ਥਿੰਗਸ ਔਰ ਥੀਸ ਆਰ ਦ ਆਬਜੈਕਟਿਵ ਦੈਟ ਵੀ ਹੈਵ ਅਚੀਵਡ। ਜਿਸ ਤਰ੍ਹਾਂ ਮੈਂ ਤੁਹਾਨੂੰ ਸਕੂਲ ਐਜੂਕੇਸ਼ਨ ਦਾ ਕਿਹਾ, ਇਸ ਤਰ੍ਹਾਂ ਹੋਰ ਵੀ ਕਈ ਹੋ ਸਕਦੇ ਹੈਗੇ। ਅਸੀਂ ਇਹ ਅਚੀਵ ਕਰ ਲਿਆ,
ਇਹ ਇੱਥੇ ਬੱਚੇ ਪੜ੍ਹ ਰਹੇ ਹੈਗੇ, ਇਹ ਉਹਨਾਂ ਨੂੰ ਫਾਇਦਾ ਹੋ ਰਿਹਾ ਹੈਗਾ, ਇਹ ਦਿਸ ਇਜ਼ ਦਾ ਵਿਜ਼ੀਬਲ ਆਊਟਕਮ ਆਫ ਦਿਸ ਪ੍ਰੋਜੈਕਟ। ਉਹ ਸਾਨੂੰ ਦਿਖਾਣੀ ਪਏਗੀ, ਤਾਂ ਹੀ ਤੁਹਾਡੇ ਨਾਲ ਬੰਦੇ ਆਣਗੇ, ਉਹ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਸ ਵੇਲੇ ਤੁਸੀਂ ਪ੍ਰੋਪਰ ਜਿਹੜੀ ਟ੍ਰੈਡੀਸ਼ਨਲ ਪੋਲਿਟਿਕਸ ਆ ਉਹਦੇ ਵਿੱਚ ਤੁਸੀਂ ਕਿਸ ਵੇਲੇ ਜਾਣਾ ਹੈ। ਹਾਲੇ ਨਹੀਂ, ਹਾਲੇ ਬਿਲਕੁਲ ਵੀ ਨਹੀਂ, ਕਿਉਂਕਿ ਸਾਡਾ ਮੇਨ ਆਬਜੈਕਟਿਵ, ਮੈਂ ਤਾਂ ਇਹੀ ਮੰਨਦਾ ਹੈਗਾ ਵਾਂ ਕਿ ਇਹ ਜਿੰਨੇ ਕਰਪਟ ਬੇਈਮਾਨ ਪੋਲੀਟੀਸ਼ੀਅਨਸ ਹੈ, ਇਹਨਾਂ ਦੇ ਕੋਲੋਂ ਇਹਨਾਂ ਦੇ ਜਿਹੜੇ ਐਗਜ਼ਿਸਟਿੰਗ ਘਰ ਵੀ ਹੈਗੇ ਇਹ ਵੀ ਖੋਲ੍ਹ ਦਿੱਤੇ ਜਾਣੇ ਚਾਹੀਦੇ ਹੈਗੇ। ਇਹਨਾਂ ਨੂੰ ਆਪਣੀ ਐਸੈਟ ਡਿਕਲੇਰੇਸ਼ਨ ਹੁੰਦੀ ਹੈਗੀ ਹੈ, ਇੱਕ ਡੀਏ ਕਾਨੂੰਨ ਹੈਗਾ, ਠੀਕ ਹੈ। ਡੀਏ ਮੀਨਸ डिसप्रपोर्शनेट एसेट्स का कानून है, DA डिसप्रपोर्शनेट, यानी कि योर एसेट्स डिसप्रपोर्शनेट टू योर नॉन सोर्सेज ऑफ इनकम, यह पूरा कानून है। तो यह जेकर इन्हों की हो जाए, मैं क्या भी है पंजाब दे विच क्या है, मैं उन्होंने चीफ मिनिस्टर ਨੂੰ ਕਿਹਾ ਸੀ ਕਿ ਇਹ ਇਹਨਾਂ ਦੀਆਂ ਐਸੈਟਸ ਡਿਕਲੇਅਰ ਕਰਵਾ ਕੇ ਉੱਥੇ ਪਾਓ। ਇਹ ਜਿਹੜੇ ਜਿਸ ਵੇਲੇ ਇਲੈਕਸ਼ਨ ਲੜਦੇ ਉਹਦੇ ਵਿੱਚ ਜਿਹੜੇ ਆਪਣੇ ਫਾਰਮ ਭਰਦੇ ਆ ਉਹਦੇ ਵਿੱਚ ਝੂਠੀ ਇਨਫੋਰਮੇਸ਼ਨ ਦਿੰਦੇ ਹੈਗੇ ਆ। तो दिस एसेट डिक्लेरेशन शुड बी पब्लिक, और उस तो अलावा उन्होंने कोई भी एसेट होएगी दैट विल बिकम ए गवर्नमेंट प्रॉपर्टी, ਤਾਂ ਹੀ ਇਹਨਾਂ ਦਾ ਪਤਾ ਚੱਲੇਗਾ ਕਿ ਇਹਨਾਂ ਕੋਲ ਕਿੰਨੀਆਂ ਐਸੈਟਸ ਹੈਗੀਆਂ, ਔਰ ਉਹਦਾ ਇਵੈਲੂਏਸ਼ਨ ਹੋਏਗੀ ਕਿ ਇਹਨਾਂ ਦੀ ਇਨਕਮ ਕਿੰਨੀ ਹੈ ਪ੍ਰੋਪਰ ਸੋਰਸਿਸ ਤੋਂ, ਯਾਨੀ ਕਿ ਓਨੈਸਟ ਸੋਰਸਿਸ ਤੋਂ, ਔਰ ਇਹਨਾਂ ਦੇ ਐਸੈਟਸ ਕਿੰਨੇ ਹੈਗੇ। ਯਾਨੀ ਕਿ ਇੱਕ ਇੱਕ ਨੇ ਮੰਨ ਲਓ ਕਿ ਪਤਾ ਨਹੀਂ ਕੀ ਮੈਂ ਸੁਣ ਰਿਹਾ, ਹੋਟਲ ਬਣਾਏ ਹੋਏ ਹੈਗੇ, ਇਤਨੇ ਫਾਰਮ ਹਾਊਸ ਬਣਾਏ ਹੋਏ, ਕਿਸ ਤਰ੍ਹਾਂ ਹੋ ਸਕਦਾ ਹੈ? ਜੇਕਰ ਹੈ ਵੀ ਹੈ ਤਾਂ ਇਹ ਜਿਹੜੀ ਇਗੈਲਿਟੇਰੀਅਨ ਸੁਸਾਇਟੀ ਹੁੰਦੀ ਹੈ, ਜਿੱਥੇ ਇਕੁਐਲਿਟੀ ਅਸੀਂ ਚਾਹੁੰਦੇ ਹੈਗੇ, ਉਹਨਾਂ ਦੀਆਂ ਪ੍ਰਾਪਰਟੀਜ਼ ਖੋ ਕੇ ਆਮ ਬੰਦਿਆਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ। ਜਿਸ ਤਰ੍ਹਾਂ ਪਹਿਲੇ ਰਾਜਿਆਂ ਦੀਆਂ ਉਹ ਹੋਈਆਂ ਸੀ ਨਾ ਇੰਡੀਪੈਂਡੈਂਸ ਦੇ ਟਾਈਮ ਦੇ ਉੱਤੇ, ਉਹਨਾਂ ਦੀਆਂ ਪ੍ਰਾਪਰਟੀਜ਼ ਖੋ ਕੇ ਉਹ ਗਵਰਨਮੈਂਟ ਪ੍ਰਾਪਰਟੀਜ਼ ਬਣੀਆਂ ਸੀ। ਹਾਲੇ ਵੀ ਕਈ ਰਾਜਿਆਂ ਕੋਲ ਹੈ ਉਹ ਪ੍ਰਾਪਰਟੀਜ਼, ਇਸ ਲਈ ਉਹ ਜਿਹੜੀ ਵੀ ਪਾਰਟੀ ਇੰਡੀਅਨ ਗਵਰਨਮੈਂਟ ਬਣਾਉਂਦੀ ਹੈਗੀ ਹੈ, ਉਹਦੇ ਉਹ ਦੇ ਬਿਕਮ ਟੋਡੀਜ਼ ਆਫ ਦੋ, ਯਾਨੀ ਕਿ ਉਹਦੇ ਗੁਲਾਮ ਬਣ ਜਾਂਦੇ ਹੈਗੇ, ਤਾਂ ਕਿ ਉਹਨਾਂ ਦੇ ਉਹ ਮਹਿਲ ਜਿਹੜੇ ਬਣੇ ਹੋਏ ਉਹ ਖੋਏ ਨਾ ਜਾਣ, ਇਸ ਲਈ ਉਹ ਕਰਦੇ ਹੈਗੇ, ਠੀਕ ਹੈ। ਤਾਂ ਅਸੀਂ ਇਹ ਜਿਹੜੇ ਹੈਗਾ ਇਹ ਪੋਲੀਟਿਕਸ ਜਿਹੜੀ ਬੇਈਮਾਨ ਪੋਲੀਟਿਕਸ ਇਹਨੂੰ ਖਤਮ ਕਰਨ ਵਾਸਤੇ ਸਾਨੂੰ ਅੱਗੇ ਆਉਣਾ ਹੀ ਪਏਗਾ, ਬਟ ਆਫਟਰ ਸਮ ਟਾਈਮ ਵੈਨ ਵੀ ਆਰ ਸ਼ੋਰ that we have achieved these things for the society। ਸਭ ਤੋਂ ਪਹਿਲੇ ਸਾਨੂੰ ਸੈਲਫਲੈਸਲੀ, ਜਾਂ ਸੈਲਫਲੈਸਲੀ ਦਾ ਮਤਲਬ ਹੁੰਦਾ ਬਿਨਾਂ ਕੁਝ ਆਪਣੇ ਬਾਰੇ ਸੋਚੇ ਲੋਕਾਂ ਦੇ ਵਾਸਤੇ ਜਿਸ ਵੇਲੇ ਅਸੀਂ ਕੰਮ ਕਰਾਂਗੇ, ਔਰ ਕੁਝ ਉਹਦੀਆਂ ਵਿਜ਼ੀਬਲ ਅਚੀਵਮੈਂਟਸ ਹੋਣਗੀਆਂ, ਇਸ ਤਰ੍ਹਾਂ ਸਿਰਫ ਕਾਗਜ਼ ਦੇ ਉੱਤੇ ਨਹੀਂ, ਵਿਜ਼ੀਬਲ ਲੋਕੀ ਕਹਿਣਗੇ ਆ ਕੇ ਕਿ ਹਾਂ ਇਹ ਕੰਮ ਹੋਇਆ ਹੈਗਾ, ਤਾਂ ਅਸੀਂ ਸੋਚ ਸਕਦੇ ਹੈਗੇ ਹਾਂ ਕਿ ਪੋਲੀਟਿਕਸ ਦੇ ਵਿੱਚ ਜਾਣਾ ਹੈ। ਉਸ ਵੇਲੇ ਉਹ ਡਿਸਾਈਡ ਹੋਵੇਗਾ ਕਿ ਕਿਸ ਤਰ੍ਹਾਂ ਪੋਲੀਟਿਕਸ ਦੇ ਵਿੱਚ ਜਾਣਾ। ਉਹੀ 10-15 ਹੋ ਸਕਦਾ ਉਸ ਵੇਲੇ 20 ਮੈਂਬਰ ਦੀ ਵੀ ਕੌਂਸਲ ਹੋਏ, ਉਹਦੇ ਵਿੱਚ ਸਾਰੇ ਜਿੰਨੇ ਬੰਦੇ ਹੋਣਗੇ ਉਹਨਾਂ ਨੂੰ ਆਪਣੇ ਆਪਣੇ ਸਬਜੈਕਟ ਦੀ ਨੌਲੇਜ ਹੋਏਗੀ। ਇਸ ਤਰ੍ਹਾਂ ਫਜ਼ੂਲ ਦੇ ਵਿੱਚ ਨਹੀਂ ਕਿਸੇ ਨੂੰ ਵੀ ਘਰੋਂ ਦਾ ਚੁੱਕ ਕੇ ਔਰ ਉਹਦੇ ਵਿੱਚ ਕੌਂਸਲ ਦੇ ਵਿੱਚ, ਯਾਨੀ ਕਿ ਜਿਹੜੀ ਡਿਸੀਜਨ ਮੇਕਿੰਗ ਬਾਡੀ ਹੋਏਗੀ ਉਹਦੇ ਵਿੱਚ ਪ੍ਰੋਪਰ ਡੋਮੇਨ ਐਕਸਪਰਟਸ, ਯਾਨੀ ਕਿ ਜਿਨ੍ਹਾਂ ਨੂੰ ਉਸ ਸਬਜੈਕਟ ਦੀ ਨੌਲੇਜ ਹੈ ਉਹੀ ਆਉਣਗੇ। ਇਸ ਤਰ੍ਹਾਂ ਦਾ ਇਹ ਸਿਸਟਮ ਮੈਂ ਬਣਾਉਣ ਦੀ ਸੋਚ ਰਿਹਾ ਹੈਗਾ। ਅੱਗੇ ਤੁਸੀਂ ਜੋ ਵੀ ਕਹਿਣਾ, ਮੇਰਾ ਲਿੰਕ ਥੱਲੇ ਦਿੱਤਾ ਹੋਏਗਾ ਵੀਡੀਓ ਦੇ, ਉਹਦੇ ਵਿੱਚ ਜਾ ਕੇ ਇਫ ਯੂ ਵਾਂਟ ਟੂ ਸੇ ਸਮਥਿੰਗ ਯੂ ਕੈਨ ਟੈਲ ਮੀ ਔਨ ਦਾ ਈਮੇਲ। ਮੇਰਾ ਫੋਨ ਪੁਰਾਣਾ, ਉਹਦੇ 'ਚ ਇੰਟਰਨੈਟ ਵਗੈਰਾ ਨਹੀਂ ਚੱਲਦਾ, ਅਤੇ ਇਸ ਲਈ ਮੈਂ ਵਟਸਐਪ ਵਗੈਰਾ ਨਹੀਂ ਯੂਜ਼ ਕਰ ਸਕਦਾ। ਤਾਂ ਤੁਸੀਂ ਇਹਨੂੰ ਈਮੇਲ ਕਰ ਸਕਦੇ ਹੈਗੇ ਹੋ ਜਾਂ ਫੋਨ ਕਰ ਸਕਦੇ ਹੋ। ਫੋਨ ਮੇਰਾ ਕਦੀ ਕਦੀ ਬੰਦ ਹੁੰਦਾ ਵਿੱਚੋਂ, ਤਾਂ ਬੰਦ ਹੈ ਤਾਂ ਤੁਸੀਂ ਥੋੜ੍ਹਾ ਵੇਟ ਕਰ ਲੈਣਾ। ਤਾਂ ਮੈਨੂੰ ਦੱਸੋ ਆਪਣੇ ਕੀ ਵਿਚਾਰ ਹੈਗੇ, ਔਰ ਜਿੱਥੇ ਮੇਰੀ ਹੈਲਪ ਹੋਏਗੀ ਮੈਂ ਕਰਨ ਨੂੰ ਤਿਆਰ ਹਾਂ, ਕਿਉਂਕਿ ਆਈ ਵਾਂਟ ਟੂ ਬਿਗਿਨ ਦਿਸ ਇਨੀਸ਼ੀਏਟਿਵ ਫਰੋਮ ਪੰਜਾਬ। ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਥੈਂਕਸ ਫॉर ਵਾਚਿੰਗ।